ਇਹ ਹੈ ਹਲਕਾ ਦਾਖਾਂ ਦਾ ਪਿੰਡ ਮੰਡਿਆਣੀ, ਜੋ ਕਿ ਸਰਪੰਚ ਦੀ ਨਸ਼ਾ ਤਸਕਰਾਂ ਤੇ ਕਾਰਵਾਈ ਦੇ ਚੱਲਦਿਆਂ ਬਣਿਆ ਹੋਇਆ ਇਹ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ। ਜਦੋਂ ਪੁਲਿਸ ਨੇ ਨਹੀਂ ਕੀਤੀ ਕੋਈ ਕਾਰਵਾਈ ਤਾਂ ਸਰਪੰਚ ਸਾਹਿਬਾਂ ਨੇ ਖੁਦ ਹੀ ਮਾਰ ਦਿੱਤੀ ਨਸ਼ਾ ਤਸਕਰਾਂ ਦੇ ਘਰ ਰੇਡ। ਅਸੀਂ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਤੀ ਆ ਤੇ ਤਲਾਸ਼ੀ ਲੈਣ ਦੇ ਮੁਤਾਬਿਕ ਸਾਨੂੰ ਗਹਿਣੇ ਉਹਨਾਂ ਦੇ ਘਰ ਦੇ ਵਿੱਚੋਂ ਜੋ ਬੰਦੇ ਉਹਨਾਂ ਨੂੰ ਦੇ ਕੇ ਗਏ ਆ, ਉਹਨਾਂ ਦੀ ਜੁਐਲਰੀ ਦੇ ਨਾਲ ਪਰਚੀਆਂ ਨੇਗੀਆਂ ਸਾਡੇ ਕੋਲ। ਪਤਾ ਕਰਦੇ ਹਾਂ ਰੇਡ ਦੌਰਾਨ ਮਿਲੇ ਗਹਿਣਿਆਂ ਨਾਲ ਰੱਖੀਆਂ ਪਰਚੀਆਂ ਤੇ ਕਿਹਨਾਂ ਲੋਕਾਂ ਦੇ ਲਿਖੇ ਸੀ ਨਾਮ। ਆਓ ਤੁਹਾਨੂੰ ਮਿਲਾਉਂਦੇ ਆ ਉਸ ਮਹਿਲਾ ਸਰਪੰਚ ਦੇ ਨਾਲ। ਕੱਲ ਵੀਡੀਓ ਵਾਇਰਲ ਹੁੰਦੀ ਹੈ ਤੇ ਬੜੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਕਿ ਪਿੰਡ ਦੀ ਪੰਚਾਇਤ ਨੇ ਇਕੱਠੇ ਹੋ ਕੇ ਤਸਕਰਾਂ ਦੇ ਘਰ ਦੇ ਉੱਤੇ ਛਾਪਾ ਮਾਰਿਆ। ਨਸ਼ਾ ਹੱਦ ਤੋਂ ਵੱਧ ਚੁੱਕਿਆ ਸੀਗਾ। ਪਹਿਲਾਂ ਉਹ ਥੋੜਾ ਮੋਟਾ ਚਲੋ ਅੰਦਰਗਤੀ ਕਰਦੇ ਸੀਗੇ। ਸਾਡੇ ਪਿੰਡ ਵਿੱਚ ਇੱਕ ਬਾਹਰੋਂ ਆ ਕੇ ਪਿੰਡ ਨਾਰੰਗਵਾਲ ਤੋਂ ਇੱਕ ਪਿੰਡ ਆ ਕੇ ਰਿਹਾ, ਉਹ ਲੇਡੀਜ਼ ਨੇਗੇ, ਉਹ ਹੱਦ ਤੋਂ ਬਾਅਦ ਚਿੱਟਾ ਵੇਚਣ। ਘੱਟੋ ਘੱਟ ਸਾਡੇ ਪਿੰਡ ਤੋਂ ਜੀਰੇ ਤੱਕ ਤੋਂ ਮੁੰਡੇ ਲੈਣ ਆਉਂਦੇ ਸੀ। ਘੱਟੋ ਘੱਟ ਸਾਡੇ ਦਿਨ ਦੇ ਵਿੱਚ 1000 ਮੁੰਡਾ ਪਿੰਡ ਦੇ ਵਿੱਚ ਐਂਟਰ ਹੁੰਦਾ। ਅੱਜ ਜਿੰਨੇ ਬੈਠੇ ਨੇ ਸਾਡੇ ਸਿਆਣੇ ਬਜ਼ੁਰਗ, ਇਹ ਕਹਿੰਦੇ ਘੱਟੋ ਘੱਟ ਇਹਨਾਂ ਦੇਖਦਿਆਂ ਨੂੰ 1000 ਮੋਟਰਸਾਈਕਲ ਤਾਂ ਸਾਡੇ ਪਿੰਡ ਵਿੱਚ ਬਹੁਤ ਵੱਡੀ ਗਿਣਤੀ ਹੈ 1000 ਮੋਟਰਸਾਈਕਲ। ਹਾਂਜੀ ਮੈਨੂੰ ਆਪ ਕਹਿੰਦੀ ਨੂੰ ਬਹੁਤ ਸ਼ਰਮ ਆ ਰਹੀ ਹੈ ਵੀ 15 ਮੁੰਡੇ ਅਸੀਂ ਚਿੱਟੇ ਦੀ ਭੇਂਟ ਚਾਲ ਚੁੱਕੇ ਆ। ਪਰ ਮੈਂ ਇੰਨਾ ਸ਼ੁਕਰ ਕਰਦੀ ਹਾਂ ਪਰਮਾਤਮਾ ਦੇ ਤੇ ਅਸੀਂ ਜਾਗੇ ਤਾਂ ਹੈ ਨਾ। ਇੰਨਾ ਵੱਡਾ ਕਦਮ ਤੁਸੀਂ ਚੁੱਕਿਆ, ਉਸ ਤੋਂ ਪਹਿਲਾਂ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਨਹੀਂ ਕੀਤੀ? ਇੰਨੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਸਭ ਕੁਝ। ਇਕੱਲੀ ਸਰਕਾਰ ਜਾਂ ਪ੍ਰਸ਼ਾਸਨ ਨੂੰ ਹੀ ਕਹਿੰਦੇ ਰਹਿੰਦੇ ਆ। ਅਸੀਂ ਵੀ ਕਿਹਾ ਵੀ ਪ੍ਰਸ਼ਾਸਨ ਸਾਡੀ ਸੁਣਦਾ ਨਹੀਂ ਹੈਗਾ। ਠੀਕ ਆ, ਜੇ ਅਸੀਂ ਵੀ ਪਿੰਡ ਲੈਵਲ ਤੇ ਵੀ ਕੁਝ ਕਰਨਾ ਚਾਹੀਏ ਤਾਂ ਬਹੁਤ ਕੁਝ ਹੋ ਸਕਦਾ ਹੈ। ਅਸੀਂ ਵੀ ਪਿੰਡ ਦੇ ਵਿੱਚੋਂ ਚਿੱਟਾ ਬੰਦ ਕਰ ਸਕਦੇ। ਐਡਾ ਵੱਡਾ ਗਰਾਊਂਡ ਬਣਿਆ ਹੋਇਆ, ਉਹਦੇ ਵਿੱਚ ਇਹ ਬਾਬੇ ਤਾਂ ਨਹੀਂ ਖੇਡ ਸਕਦੇ। ਠੀਕ ਆ, ਅਕਸਰ ਨੂੰ ਖੇਡਣ ਤਾਂ ਨੌਜਵਾਨ ਪੀੜ੍ਹੀ ਨਹੀਂ ਹੈਗਾ। ਜੇ ਸਾਡੀ ਨੌਜਵਾਨ ਪੀੜ੍ਹੀ ਹੋਈ ਨਹੀਂ ਬਚੂਗੀ ਤੇ ਫਿਰ ਅਸੀਂ ਗਰਾਊਂਡ ਕਿਹਦੇ ਲਈ ਰੱਖਣੇ ਆ? ਤੁਹਾਡੇ ਵਰਗੇ ਜਿਹੜੇ ਹੈਗੇ ਆ ਬਹੁਤ ਸਾਰੇ ਪੰਜਾਬ ਦੇ ਵਿੱਚ ਸਰਪੰਚ ਹੋਣਗੇ ਜਾਂ ਲੋਕ ਇਹੋ ਜਿਹੇ ਹੋਣਗੇ ਜਿਹੜੇ ਚਾਹੁੰਦੇ ਕਿ ਸਾਡੇ ਪਿੰਡਾਂ ਦੇ ਵਿੱਚੋਂ ਇਹ ਨਸ਼ੇ ਵਰਗੀ ਭੈੜੀ ਜਿਹੜੀ ਅਲਾਮਤ ਹੈਗੀ ਹੈ ਖਤਮ ਹੋ ਜੇ। ਤਾਂ ਬਹੁਤ ਸਾਰੇ ਲੋਕ ਵੀ ਇਦਾਂ ਸ਼ਿਕਾਇਤਾਂ ਕਰਦੇ ਆ, ਫਿਰ ਤੁਸੀਂ ਵੀ ਇਸ ਤਰ੍ਹਾਂ ਸ਼ਿਕਾਇਤਾਂ ਕਰ ਹੀ ਰਹੇ ਸੀ। ਕੀ ਲੱਗਦਾ ਫਿਰ ਅਜਿਹੇ ਉਪਰਾਲੇ ਪਿੰਡ ਕਰਨੇ ਪੈਣਗੇ ਤਾਂ ਪ੍ਰਸ਼ਾਸਨ ਜਾਗੂਗਾ? ਮੇਰੀ ਇੱਕ ਕਹਿੰਦੇ ਹੁੰਦੇ ਆ ਡੀਸੀ ਜਿੰਨੀ ਪਾਵਰ ਆ। ਠੀਕ ਆ, ਮੈਂ ਕੋਈ ਵੀ ਮਤਾ ਪਾ ਕੇ ਕੋਈ ਵੀ ਚੀਜ਼ ਪਿੰਡ ਦੇ ਵਿੱਚ ਲਾਗੂ ਕਰ ਸਕਦੀ ਆ। ਮੈਨੂੰ ਇੰਨਾ ਅਧਿਕਾਰ ਆਗਾ। ਹੁਣ ਹੱਥ ਚੱਕਣ ਦਾ ਮਤਲਬ ਕੀ ਸੀ ਕਿ ਪਹਿਲਾਂ ਤਾਂ ਹੱਥ ਚੁੱਕੀ ਨਹੀਂ ਗਈ, ਤਾਂ ਹੁਣ ਇਹ ਮਹੀਨੇ 'ਚ ਕੀ ਇਹੋ ਜਿਹਾ ਹੋ ਗਿਆ ਕਿ ਹੱਥ ਚੱਕ ਲੇਗੀ ਤਸਕਰਾਂ ਵੱਲੋਂ? ਸੋ ਤੁਹਾਨੂੰ ਘਰ ਵੱਲੋਂ ਸਪੋਰਟ ਸੀ ਪੂਰੀ, ਕਿਉਂਕਿ ਜਦੋਂ ਇਹੋ ਜਿਹੇ ਕੰਮ ਕਰਨੇ ਹੋਵੇ ਤੁਸੀਂ ਫਿਰ ਵੀ ਇੱਕ ਔਰਤ ਹੋਣ ਦੇ ਨਾਤੇ ਵੀ ਘਰ ਵੱਲੋਂ ਕਿਸ ਤਰ੍ਹਾਂ ਦੇਖਿਆ ਗਿਆ ਕਿ ਇੰਨਾ ਵੱਡਾ ਕੰਮ ਕਰਨ ਜਾ ਰਹੇ ਹੋ? ਚੈਲੰਜ ਲੈਣਾ ਮੈਨੂੰ ਬਹੁਤ ਵਧੀਆ ਲੱਗਦਾ। ਸਿਆਣੇ ਕਹਿੰਦੇ ਹੁੰਦੇ ਆ ਜੇ ਔਰਤ ਸੂਈ ਨਾ ਵੀ ਕੁਛ ਬਾਹਰ ਸਿੱਟਣ ਲੱਗ ਜੇ ਨਾ ਤਾਂ ਵੀ ਘਰ ਉੱਜੜ ਜਾਂਦਾ, ਤੇ ਬੰਦਾ ਇਦਾਂ ਕਰਕੇ ਤਾਂ ਵੀ ਨਹੀਂ ਘਰ ਉੱਜੜਦਾ ਹੈਗਾ। ਤੇ ਮਤਲਬ ਇਹਨਾਂ ਔਰਤਾਂ ਨੇ ਤਾਂ ਮਤਲਬ ਸਾਡਾ ਪਿੰਡ ਹੀ ਉਜਾੜ ਕੇ ਰੱਖਤਾ। ਤੁਹਾਨੂੰ ਪਹਿਲਾਂ ਪ੍ਰਸ਼ਾਸਨ ਦੇ ਉੱਤੇ ਯਕੀਨ ਨਹੀਂ ਸੀ ਕਿ ਪ੍ਰਸ਼ਾਸਨ ਇਹ ਕਰ ਸਕਦਾ ਹੈ? ਤੁਸੀਂ ਐਡਾ ਵੱਡਾ ਜਿਹੜਾ ਕਦਮ ਚੁੱਕਿਆ, ਪਿੰਡ ਇਕੱਠਾ ਹੋਇਆ, ਤੇ ਕਿਉਂ ਜਿਹੜਾ ਯਕੀਨ ਚੁੱਕਿਆ ਜਾਂਦਾ ਪ੍ਰਸ਼ਾਸਨ ਦੇ ਉੱਤੋਂ ਕਿ ਪ੍ਰਸ਼ਾਸਨ ਨੇ ਹੁਣ ਕੁਝ ਨਹੀਂ ਕਰਨਾ, ਹੁਣ ਸਾਨੂੰ ਆਪ ਹੀ ਕਰਨਾ ਪੈਣਾ? ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਨਾ ਕਿ ਪੰਚਾਇਤਾਂ ਨੂੰ ਕਾਰਵਾਈ ਕਰਨੀ ਕਿਉਂ ਪੈ ਰਹੀ ਆ? ਕੀ ਇਹ ਕੰਮ ਪੰਚਾਇਤਾਂ ਦਾ ਸੀ? ਬਿਲਕੁਲ, ਚਾਹੇ ਨਹੀਂ ਸੀਗਾ ਚਲੋ ਫਿਰ ਵੀ ਕਾਨੂੰਨ ਦੇ ਕੰਮ ਕਿਹਦਾ ਸੀ? ਕੰਮ ਤਾਂ ਚਲੋ ਪ੍ਰਸ਼ਾਸਨ ਦਾ ਹੈ ਹੀ, ਬਿਲਕੁਲ ਪ੍ਰਸ਼ਾਸਨ ਦਾ। ਕਈ ਵਾਰੀ ਉਹ ਵੀ ਆਪਦੇ ਕਾਨੂੰਨ ਦੇ ਅੰਦਰ ਹੁੰਦੇ, ਉਹਨਾਂ ਕੋਲ ਅਜਿਹਾ ਕੁਝ ਨਹੀਂ ਹੁੰਦਾ ਵੀ ਉਹ ਨਹੀਂ ਕਹਿ ਸਕਦੇ। ਸਮੇਂ ਤੇ ਨਹੀਂ ਮਿਲਦਾ, ਉਹ ਵੀ ਕੀ ਕਰਨ, ਕਿਹਨੂੰ ਫੜਨ? ਕਮੀ ਕਿੱਥੇ ਆ? ਕਮੀ ਕਿੱਥੇ ਆ ਕਿ ਇਹ ਠੱਲ ਨਹੀਂ ਪੈ ਰਹੀ? ਕਮੀ ਤਾਂ ਜੀ ਸਾਡੇ ਲੋਕਾਂ 'ਚ ਹੀ ਆ। ਜਦੋਂ ਇਕੱਠੇ ਹੋਣਗੇ ਉਦੋਂ ਆਪਣੇ ਆਪ ਹੀ ਬੰਦ ਹੋ ਜਾਣਾ। ਸਾਹਿਬ ਨੇ ਜਾਨੀ ਇਹ ਗੱਲ ਸਿਰੇ ਲਾਤੀ। ਸਰਪੰਚ ਸਾਡੀ ਸਰਪੰਚਨੀ ਗੁੱਡੀ ਨੇ ਜਾਨੀ ਜੋ ਕੁਛ ਇਹਨੇ ਕਰਿਆ, ਅਸੀਂ ਹੈਰਾਨ ਆ ਇਸ ਗੱਲ ਤੇ। ਇਹ ਸ਼ਾਬਾਸ਼ ਦਿੰਦੇ ਆ ਇਹਨੂੰ। ਮੈਂ ਪਰਸੋਂ ਰਾਤ ਨੂੰ ਮੁੰਡੇ ਸਾਡੇ ਕੋਲੇ ਬੈਠੇ ਸੀ, ਮੇਰੇ ਘਰ ਮੀਟਿੰਗ ਹੋਈ ਸੀ। ਮੈਂ ਕਿਹਾ ਵੀ ਤੁਸੀਂ ਸਾਨੂੰ ਪਿੱਛੇ, ਇਹ ਕਹਿੰਦੇ ਅੰਕਲ ਤੁਸੀਂ ਨਾਲ ਤੁਰੋ। ਮੁੰਡਾ ਸਾਡੇ ਸਿਆਣਾ ਬੋਬੀ ਸਿੱਧੂ, ਉਹ ਚੰਗਾ ਬਾਹਰ ਅੰਦਰ ਵੀ ਉਹਦਾ ਅਸਰ ਸੂਕ ਆ, ਉਹ ਮੁੰਡੇ ਲੈ ਕੇ ਗਿਆ, ਕਹਿੰਦਾ ਬਈ ਤੁਸੀਂ ਇਕੱਠੇ ਹੋਵੋ ਚਾਚਾ। ਮੈਂ ਕਿਹਾ ਸਾਡੇ ਨਾ ਇੱਕ ਮਨਾਂ ਦੇ ਵਿੱਚ ਪੁਰਾਣੀ ਸਿਆਸਤ ਬੜੀ ਹੋਈ ਹੈ, ਸਾਤੋਂ ਨਹੀਂ ਨਿਕਲਣੀ। ਜੇ ਤੁਸੀਂ ਕਾਮਯਾਬ ਹੋਣਾ ਤਾਂ ਮੈਨੂੰ ਤੇ ਮੇਰੇ ਵਰਗੇ ਹੋਰ ਬੰਦਿਆਂ ਨੂੰ ਪਰੇ ਕਰੋ, ਫਿਰ ਤੁਸੀਂ ਕਾਮਯਾਬ ਹੋ ਜਾਓਗੇ। ਉਹੀ ਹੋਇਆ। ਸਾਡੇ ਲੋਕਾਂ 'ਚ, ਪਿੰਡਾਂ ਦੇ ਲੋਕਾਂ 'ਚ ਕਮੀ ਆ, ਜਿਹੜੇ ਪਾਰਟੀਬਾਜ਼ੀਆਂ ਦੇ ਤੌਰ ਤੇ ਲੜਦੇ ਆ ਇੱਕ ਦੂਜੇ ਨਾਲ, ਪਰ ਇਸ ਵੱਲ ਕੋਈ ਧਿਆਨ ਨਹੀਂ। ਕਦੇ ਕਿਸੇ ਲੀਡਰ ਨੇ ਫਲਾਨਾ ਬਿਆਨ ਦਿੱਤਾ, ਸਾਰੀ ਉਹੀ ਚਰਚਾ ਮਿਲਦੀ ਆ। ਮੈਨੂੰ ਤਾਂ ਕਦੇ ਕੋਈ ਇਹੋ ਜਿਹਾ ਲੀਡਰ ਨਹੀਂ ਮਿਲਿਆ ਪਿੰਡ 'ਚ ਕਹੇ ਜਾ ਕੇ ਵੀ ਮੈਂ ਖੜਾ, ਮੈਂ ਇੱਥੇ ਨਸ਼ਾ ਬੈਕ ਕੇ ਦਿਖਾਵੇ। ਧੜੇਬੰਦੀ ਹੈਗੀ, ਕੋਈ ਗੱਲ ਨਹੀਂ, ਉਹ ਅਸੀਂ ਰੱਖਾਂਗੇ। ਜਿੱਦਣ ਧੜੇਬੰਦੀ ਆਊਗੀ ਉਵੇਂ ਚੱਲੂਗੀ, ਜਿੱਦਣ ਇਲੈਕਸ਼ਨ ਆ ਗਈ।
ਅੱਜ ਉਹਨਾਂ ਦੀ ਕੁੜੀਆਂ ਨੇ ਵੀਡੀਓ ਵਾਇਰਲ ਕੀਤੀਆਂ ਨੇ ਵੀ ਸਾਨੂੰ ਸਰਪੰਚਣੀ ਮੁੰਡਿਆਂ ਨੂੰ ਨਾਲ ਲੈ ਕੇ ਆਈ ਤੇ ਸਾਡੇ ਨਾਲ ਗਲਤ ਹਰਕਤਾਂ ਮੁੰਡਿਆਂ ਦੀ ਕਰਾਈਆਂ। ਉਹਨਾਂ ਨੇ ਆਪਣੇ ਕੱਪੜੇ ਪਾੜੇ ਅੱਜ ਤੱਕ ਇੰਸਟਾਗ੍ਰਾਮ ਤੇ ਉਹਨਾਂ ਨੇ ਆਪਣੀਆਂ ਵੀਡੀਓ ਵਾਇਰਲ ਕੀਤੀਆਂ ਨੇ ਕੁੜੀਆਂ ਨੇ। ਤੇ ਇੱਥੋਂ ਤੱਕ ਕਿ ਪੁਲਿਸ ਸਾਡੇ ਪ੍ਰਸ਼ਾਸਨ ਸਾਡੇ ਨਾਲ ਸੀ ਤੇ ਮੁੰਡਿਆਂ ਨੇ ਇਦਾਂ ਦੀ ਕੋਈ ਹਰਕਤ ਕੀਤੀ ਹੋਈ ਨਹੀਂ ਹੈਗੀ। ਨਖੇੜੇ ਦੇਵਾਂਗੇ ਉਸ ਬੰਦੇ ਨੂੰ, ਅਸੀਂ ਮਤਾ ਪਾ ਦਿਆਂਗੇ। ਫਿਰ ਉਹਨਾਂ ਦਾ ਵੀ ਤਾਂ ਕਾਨੂੰਨੀ ਹੱਕ ਆ, ਉਹ ਵੀ ਕਹਿਣਗੇ ਵੀ ਸਾਡਾ ਤਾਂ ਜਿੱਥੇ ਮਰਜ਼ੀ ਭਾਰਤ ਦਾ ਸੰਵਿਧਾਨ ਸਾਨੂੰ ਇਹ ਹੱਕ ਦਿੰਦਾ ਕਿ ਅਸੀਂ ਜਿੱਥੇ ਮਰਜ਼ੀ ਰਹੀਏ, ਤੁਸੀਂ ਕੌਣ ਹੁੰਦੇ ਹੋ ਸਾਨੂੰ ਵੱਖ ਕਰਨ ਵਾਲੇ? ਭਾਰਤ ਦਾ ਸੰਵਿਧਾਨ ਕਹਿੰਦਾ ਤੁਸੀਂ ਜਿੱਥੇ ਮਰਜ਼ੀ ਰਹੋ, ਪਰ ਭਾਰਤ ਦਾ ਸੰਵਿਧਾਨ ਇਹ ਕਹਿੰਦਾਗਾ ਵੀ ਤੁਸੀਂ ਜਿਹੜੇ ਪਿੰਡ ਦੇ ਵਸਨੀਕ ਹੋ ਤੁਸੀਂ ਉਸ ਪਿੰਡ ਦੀ ਜਵਾਨੀ ਹੋਈ ਖਾ ਜਾਓ। ਇਹ ਵੀ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ। ਅਸੀਂ ਤਾਂ ਦੇਖੋ ਜੀ 2 ਦਿਨ ਦਾ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਸੀ ਵੀ 2 ਦਿਨ ਦੇ ਵਿੱਚ ਸਾਨੂੰ ਕਾਰਵਾਈ ਕਰਕੇ ਦਿਖਾ ਦਿਓ, ਨਹੀਂ ਚਾਹੇ ਸਾਡੇ ਤੇ ਅਸੀਂ ਉਹਨਾਂ ਨਾਲ ਜੋ ਸਲੂਕ ਮਰਜ਼ੀ ਕਰੀਏ, ਨਾ ਸਾਡੇ ਤੇ ਕੋਈ ਪਰਚਾ ਮੇਰੇ ਪਿੰਡ ਦੇ ਮੁੰਡਿਆਂ ਤੇ ਜੋ ਵੀ ਅਸੀਂ ਕਰਾਂਗੇ, ਅਸੀਂ ਚਾਰੇ ਰੋਡ ਜਾਮ ਕਰਕੇ ਪਿੰਡ ਦੇ ਕਰਾਂਗੇ, ਅਸੀਂ ਆਪ ਕਰਾਂਗੇ, ਖੁਦ ਕਰਾਂਗੇ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਹਾਂ। ਪੰਜਾਬ ਦੇ ਵਿੱਚ ਇੱਕ ਵਿਸ਼ਾ ਜਿਹੜਾ ਹਮੇਸ਼ਾ ਚਰਚਾ ਦਾ ਵਿਸ਼ਾ ਹੀ ਬਣਿਆ ਰਹਿੰਦਾ, ਇੱਕ ਮੁੱਦਾ ਜਿਹੜਾ ਨਸ਼ੇ ਦੀ ਜੇ ਗੱਲ ਕਰੀਏ ਤਾਂ ਨਸ਼ੇ ਨੇ ਪੰਜਾਬ ਦੇ ਉੱਤੇ ਅਜਿਹਾ ਪ੍ਰਭਾਵ ਪਾਇਆ ਕਿ ਉਹ ਨਸ਼ਾ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਲੋਕ ਇਸ ਦੇ ਲਈ ਯਤਨ ਕਰਦੇ ਨੇ, ਲੋਕ ਸਰਕਾਰਾਂ ਨੂੰ ਅਪੀਲਾਂ ਕਰਦੇ ਨੇ ਕਿ ਇਸ ਨਸ਼ੇ ਨੂੰ ਖਤਮ ਕਰ ਦਿਓ, ਇਸ ਨਸ਼ੇ ਨੇ ਸਾਡੇ ਘਰਾਂ ਦੇ ਘਰ ਬਰਬਾਦ ਕਰਤੇ। ਪਰ ਲੰਮੇ ਸਮੇਂ ਤੋਂ ਸਰਕਾਰਾਂ ਇਹੀ ਕਹਿੰਦੀਆਂ ਆ ਰਹੀਆਂ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਪਰ ਅੱਜ ਤੱਕ ਉਹ ਕੋਸ਼ਿਸ਼ਾਂ ਕਾਮਯਾਬ ਹੁੰਦੀਆਂ ਨਹੀਂ ਦਿਸੀਆਂ। ਸੋ ਅੱਜ ਹਲਕਾ ਦਾਖਾ ਲੁਧਿਆਣੇ ਦਾ ਹਲਕਾ ਦਾਖਾ ਪਿੰਡ ਮੰਡਿਆਣੀ ਹੈ। ਤੁਸੀਂ ਇੱਕ ਵੀਡੀਓ ਜ਼ਰੂਰ ਦੇਖੀ ਹੋਵੇਗੀ ਜਿਸ ਦੇ ਵਿੱਚ ਪਿੰਡ ਦੇ ਪੰਚਾਇਤ ਦੇ ਵੱਲੋਂ ਇੱਕ ਕਾਰਵਾਈ ਕੀਤੀ ਜਾਂਦੀ ਹੈ ਤੇ ਆਪਣੇ ਪਿੰਡ ਦੇ ਨਸ਼ੇ ਦੇ ਜਿਹੜੇ ਤਸਕਰ ਹੈਗੇ ਨੇ ਉਹਨਾਂ ਦੇ ਘਰਾਂ ਦੇ ਉੱਤੇ ਛਾਪਾ ਮਾਰਿਆ ਜਾਂਦਾ ਤੇ ਉਹਨਾਂ ਦੇ ਘਰਾਂ ਤੋਂ ਤਮਾਮ ਉਹ ਚੀਜ਼ਾਂ ਬਰਾਮਦ ਕੀਤੀਆਂ ਜਾਂਦੀਆਂ। ਇੱਕ ਵੱਡੀ ਕਾਰਵਾਈ ਪਿੰਡ ਦੇ ਲੋਕਾਂ ਵੱਲੋਂ ਹੀ ਕੀਤੀ ਜਾਂਦੀ ਹੈ। ਸੋ ਜਦੋਂ ਪਿੰਡ ਦੇ ਲੋਕ ਦੇਖਦੇ ਆ ਕਿ ਪਿੰਡ ਦੀ ਸਿਹਤ ਜਿਹੜੀ ਹੈਗੀ ਉਹ ਵਿਗੜਦੀ ਜਾਂਦੀ ਹੈ ਤੇ ਪਿੰਡ ਤੰਦਰੁਸਤ ਨਹੀਂ ਰਹਿ ਰਿਹਾ, ਤਾਂ ਫਿਰ ਇਕੱਠੇ ਹੋ ਜਾਂਦੇ ਆ ਲੋਕ। ਇੱਕ ਮਿਸਾਲ ਪੈਦਾ ਕੀਤੀ ਹੈ। ਸੋ ਸਾਡੇ ਨਾਲ ਇਸ ਸਮੇਂ ਪਿੰਡ ਦੀ ਸੱਥ ਦੇ ਵਿੱਚ ਪਿੰਡ ਦੇ ਪਤਵੰਤੇ ਸੱਜਣ ਵੀ ਨੇ, ਪਿੰਡ ਦੀ ਸਰਪੰਚਣੀ ਸਾਹਿਬਾ ਵੀ ਹੈ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਕੱਲ ਵੀਡੀਓ ਵਾਇਰਲ ਹੁੰਦੀ ਹੈ ਤੇ ਬੜੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਕਿ ਪਿੰਡ ਦੀ ਪੰਚਾਇਤ ਨੇ ਇਕੱਠੇ ਹੋ ਕੇ ਤਸਕਰਾਂ ਦੇ ਘਰ ਦੇ ਉੱਤੇ ਛਾਪਾ ਮਾਰ ਦਿੱਤਾ। ਕੀ ਮਾਮਲਾ ਸੀ ਪੂਰਾ? ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਸਤਿ ਸ਼੍ਰੀ ਅਕਾਲ। ਤੁਸੀਂ ਸਾਡੀ ਫੇਸਬੁੱਕ ਤੇ ਜਿੱਥੋਂ ਵੀ ਤੁਹਾਨੂੰ ਸਾਡੀਆਂ ਵੀਡੀਓ ਮਿਲੀਆਂ ਨੇ ਉਹ ਦੇਖ ਕੇ ਤੁਸੀਂ ਸਾਨੂੰ ਐਪਰੀਸ਼ੀਏਟ ਕਰਨਾ ਹੈ, ਪ੍ਰਮੋਟ ਕਰਨਾ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਮੇਰੀ ਇਕੱਲੀ ਪੰਚਾਇਤ ਦਾ ਨਹੀਂ, ਇਹ ਮੇਰੇ ਪਿੰਡ ਦੇ ਨੌਜਵਾਨ ਵੀਰਾਂ ਦਾ, ਮੇਰੇ ਪਤਵੰਤੇ ਸੱਜਣਾਂ ਦਾ, ਜਿਨ੍ਹਾਂ ਨੇ ਸਾਨੂੰ ਇੰਨੀ ਸਪੋਰਟ ਦੇ ਕੇ, ਹੱਲਾਸ਼ੇਰੀ ਦੇ ਕੇ ਸਾਨੂੰ ਇੱਥੇ ਤੱਕ ਪਹੁੰਚਾਇਆ। ਮੈਂ ਸਾਰਿਆਂ ਦਾ, ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ। ਮੈਂ ਇਕੱਲੀ ਕੁਛ ਨਹੀਂ ਕਰ ਸਕਦੀ, ਜਾਂ ਮੇਰੀ ਇਕੱਲੀ ਪੰਚਾਇਤ ਹੈ ਉਹਦੇ ਵਿੱਚ ਕੁਛ ਨਹੀਂ ਕਰ ਸਕਦੀ। ਇਹੋ ਜਿਹਾ ਕੀ ਹੋ ਗਿਆ ਸੀ ਕਿ ਸਾਰੀ ਪੰਚਾਇਤ ਨੂੰ ਇਕੱਠਾ ਹੋ ਕੇ ਇਹੋ ਜਿਹੀ ਕਾਰਵਾਈ ਜਿਹੜੀ ਕਰਨੀ ਪੈ ਗਈ? ਵੀਰ ਜੀ ਪਤਾ ਕੀ ਆ, ਨਸ਼ਾ ਹੱਦ ਤੋਂ ਵੱਧ ਚੁੱਕਿਆ ਸੀਗਾ। ਪਹਿਲਾਂ ਉਹ ਥੋੜਾ ਮੋਟਾ ਚਲੋ ਅੰਦਰਗਤੀ ਕਰਦੇ ਸੀਗੇ। ਸਾਡੇ ਪਿੰਡ ਵਿੱਚ ਇੱਕ ਬਾਹਰੋਂ ਆ ਕੇ ਪਿੰਡ ਨਾਰੰਗਵਾਲ ਤੋਂ ਇੱਕ ਪਿੰਡ ਆ ਕੇ ਰਿਹਾ, ਉਹ ਲੇਡੀਜ਼ ਨੇਗੇ, ਉਹ ਹੱਦ ਤੋਂ ਬਾਅਦ ਚਿੱਟਾ ਵੇਚਣ। ਘੱਟੋ ਘੱਟ ਸਾਡੇ ਪਿੰਡ ਤੋਂ ਜੀਰੇ ਤੱਕ ਤੋਂ ਮੁੰਡੇ ਲੈਣ ਆਉਂਦੇ ਸੀ। ਘੱਟੋ ਘੱਟ ਸਾਡੇ ਦਿਨ ਦੇ ਵਿੱਚ 1000 ਮੁੰਡਾ ਪਿੰਡ ਦੇ ਵਿੱਚ ਐਂਟਰ ਹੁੰਦਾ। ਆ ਜਿੰਨੇ ਬੈਠੇ ਨੇ ਸਾਡੇ ਸਿਆਣੇ ਬਜ਼ੁਰਗ, ਇਹ ਕਹਿੰਦੇ ਘੱਟੋ ਘੱਟ ਇਹਨਾਂ ਦੇਖਦਿਆਂ ਨੂੰ 1000 ਮੋਟਰਸਾਈਕਲ ਤਾਂ ਸਾਡੇ ਪਿੰਡ ਵਿੱਚ ਬਹੁਤ ਵੱਡੀ ਗਿਣਤੀ ਹੈ, 1000 ਮੋਟਰਸਾਈਕਲ। ਹਾਂਜੀ। ਸੋ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਸੀ, ਬਹੁਤ ਜ਼ਿਆਦਾ ਜੀ। ਤੁਸੀਂ ਕਿਹਾ ਕਿ ਔਰਤਾਂ ਵੇਚਦੀਆਂ ਸੀ, ਤੇ ਹੋਰ ਪਿੰਡ ਦੇ ਵਸਨੀਕ ਸੀ ਇੱਥੇ ਵਸੇ ਹੋਏ ਸੀ ਜਾਂ ਪਿੰਡ ਦੇ ਹੀ ਵਸਨੀਕ ਸੀ ਪਹਿਲਾਂ ਤੋਂ? ਸਰ ਇਹ ਜਿਹੜੇ ਲੇਡੀਜ਼ ਵੇਚਦੇ ਸੀਗੇ ਇਹ ਹੋਰ ਪਿੰਡ ਦੇ ਸੀਗੇ, ਪਰ ਜਿਹੜੇ ਇੱਥੋਂ ਦੇ ਵੇਚਦੇ ਸੀ ਉਹ ਵੀ ਉਹਨਾਂ ਦੇ ਰਿਸ਼ਤੇਦਾਰ ਹੀ ਨੇਗੇ। ਹਾਂਜੀ। ਸੋ ਰਲ ਮਿਲ ਕੇ ਇਹ ਕੰਮ ਚੱਲ ਰਿਹਾ ਹਾਂਜੀ, ਸੀ। ਰਲ ਮਿਲ ਕੇ ਉਹਨਾਂ ਦਾ ਇੱਕੋ ਹੀ ਪਰਿਵਾਰ ਦਾ, ਇੱਕੋ ਹੀ ਜਾਣੀ ਕਿ ਜੜ੍ਹਾਂ ਉਹਨਾਂ ਦੀ ਇੱਕੋ ਹੀ ਨੇਗੀਆਂ। ਕਿੰਨੇ ਸਮੇਂ ਤੋਂ ਚੱਲ ਰਿਹਾ ਸੀ ਜੀ? ਸਹੀ ਸਮਾਂ ਤਾਂ ਜਾਣੀ ਕਿ ਘੱਟੋ ਘੱਟ ਪਹਿਲਾਂ ਇਹ 20-25 ਸਾਲ ਤੋਂ ਪਹਿਲਾਂ ਤਾਂ ਡੂਡੇ ਵੇਚਦੇ ਹੋਣਗੇ। ਚਲੋ ਪਿੰਡ ਵਾਸੀਆਂ ਨੇ ਕਦੇ ਇਹ ਨਹੀਂ ਕਿਹਾ, ਪਰ ਜਦੋਂ ਤੇ ਨਸ਼ੇ ਦੀ, ਚਿੱਟੇ ਦੀ ਲੱਟ ਲੱਗੀ ਹੈਗੀ ਉਦੋਂ ਤੇ ਉਹ ਚਿੱਟਾ ਵੇਚਦੇ। ਪਰ ਅੱਗੇ ਥੋੜਾ ਮੋਟਾ ਮਤਲਬ ਇਦਾਂ ਇੰਨਾ ਨਹੀਂ ਸੀਗਾ ਜ਼ਾਹਿਰ, ਜਿੰਨਾ ਮਤਲਬ ਆ ਮਹੀਨੇ ਦੇ ਵਿੱਚ ਉਹਨਾਂ ਨੇ ਹੱਦ ਤੋਂ ਵੱਧ ਹੀ ਕੰਮ ਸ਼ੁਰੂ ਕਰ ਲਿਆ ਸੀਗਾ। ਪਿਛਲੇ ਸਮੇਂ ਤੋਂ ਜੇ ਗੱਲ ਕਰੀਏ, ਕਿੰਨੇ ਕੁ ਸਮੇਂ ਤੋਂ ਚਿੱਟੇ ਦੀ ਜਿਹੜੀ ਲੱਤ ਚੱਲਦੀ ਆ ਰਹੀ ਹੈ, ਚਿੱਟੇ ਦੀ ਤਸਕਰੀ? ਘੱਟੋ ਘੱਟ ਸਰ ਮੇਰੇ ਪਿੰਡ ਦੇ ਵਿੱਚ 15 ਮੁੰਡੇ ਤਾਂ ਜਵਾਨ ਗੱਭਰੂ ਮਰ ਚੁੱਕੇ ਨੇ। ਮੈਨੂੰ ਆਪ ਕਹਿੰਦੀ ਨੂੰ ਬਹੁਤ ਸ਼ਰਮ ਆ ਰਹੀ ਹੈ ਵੀ 15 ਮੁੰਡੇ ਅਸੀਂ ਚਿੱਟੇ ਦੀ ਭੇਂਟ ਚਾਲ ਚੁੱਕੇ ਆ। ਪਰ ਮੈਂ ਇੰਨਾ ਸ਼ੁਕਰ ਕਰਦੀ ਹਾਂ ਪਰਮਾਤਮਾ ਦੇ, ਤੇ ਅਸੀਂ ਜਾਗੇ ਤਾਂ ਹੈ ਨਾ। ਤੇ ਮੈਨੂੰ ਦੇਖ ਕੇ ਹੋਰ ਸਰਪੰਚ ਜੈਂਟਸ ਸਰਪੰਚ ਜਾਗਣਗੇ, ਘੱਟੋ ਘੱਟ ਲੇਡੀ ਸਰਪੰਚ ਆ, ਕਿਉਂਕਿ ਹੋਰ ਪਤਵੰਤੇ ਪਿੰਡਾਂ ਵਿੱਚ ਨੇਗੇ। ਘੱਟੋ ਆਪਾਂ ਇਕੱਲੀ ਸਰਕਾਰ ਜਾਂ ਪ੍ਰਸ਼ਾਸਨ ਨੂੰ ਹੀ ਕਹਿੰਦੇ ਰਹਿੰਦੇ ਆ। ਅਸੀਂ ਵੀ ਕਿਹਾ ਵੀ ਪ੍ਰਸ਼ਾਸਨ ਸਾਡੀ ਸੁਣਦਾ ਨਹੀਂ ਹੈਗਾ, ਠੀਕ ਆ। ਜੇ ਅਸੀਂ ਵੀ ਪਿੰਡ ਲੈਵਲ ਤੇ ਵੀ ਕੁਝ ਕਰਨਾ ਚਾਹੀਏ ਤਾਂ ਬਹੁਤ ਕੁਝ ਹੋ ਸਕਦਾ ਹੈਗਾ।
ਅਸੀਂ ਵੀ ਪਿੰਡ ਦੇ ਵਿੱਚੋਂ ਚਿੱਟਾ ਬੰਦ ਕਰ ਸਕਦੇ ਹਾਂ। ਆਖਰ ਕਦੋਂ ਹੋ ਜਾਂਦੀ ਹੈ ਜਦੋਂ ਤੁਸੀਂ ਫਿਰ ਇਹ ਐਡਾ ਵੱਡਾ ਸਟੈਪ ਚੱਕਣਾ ਪੈਂਦਾ? ਸਾਰਾ ਪਿੰਡ ਤੁਹਾਡੇ ਨਾਲ ਸਹਿਮਤ ਹੋ ਗਿਆ ਸੀ, ਆਖਰ ਇੰਨਾ ਵੱਡਾ ਸਟੈਪ ਫਿਰ ਲੈਣਾ ਕਿਉਂ ਪਿਆ? ਜ ਇੰਨੇ ਸਮੇਂ ਤੋਂ ਚੱਲਦਾ ਆ ਰਿਹਾ ਸੀ, ਹੁਣ ਜ਼ਿਆਦਾ ਅੱਤ ਹੋ ਗਈ ਸੀ? ਸਰ ਹਾਂਜੀ ਬਿਲਕੁਲ, ਹੁਣ ਬਹੁਤ ਹੱਦ ਤੋਂ ਵੱਧ ਹੋ ਚੁੱਕਿਆ। ਜਦੋਂ ਕਹਿੰਦੇ ਨੇ ਵੀ ਆਪਾਂ ਘੜਾ ਭਰ ਜਾਂਦਾ ਨਾ, ਡੋਲਣ ਲੱਗ ਜਾਂਦਾ ਗਾ, ਸਾਡੇ ਨਾਲ ਉਹ ਹਾਲ ਹੋ ਚੁੱਕਿਆ ਸੀ ਵੀ ਹੁਣ ਸਾਡੇ ਕੋਲ ਕੋਈ ਕੁਝ ਹੈ ਹੀ ਨਹੀਂ ਸੀ ਦੱਸਣ ਨੂੰ, ਪੁੱਛਣ ਨੂੰ। ਵੀ ਹੁਣ ਤਾਂ ਘੱਟੋ ਘੱਟ ਸਾਡੇ ਪਿੰਡ ਦੇ ਵਿੱਚ 4-5 ਮੁੰਡੇ ਇੱਦਾਂ ਦੇ ਆ ਜੋ ਮਰਨ ਕਿਨਾਰੇ ਪਏ ਹੋਏ ਆ। ਅਸੀਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦੇ ਇੱਥੇ, ਵੀ ਮਤਲਬ ਉਹਨਾਂ ਨੂੰ ਦੇਖਦੇ ਹੋਏ ਅਸੀਂ ਐਡਾ ਵੱਡਾ ਡਿਸੀਜਨ ਲੈਤਾ। ਜੇ ਉਹ ਆ ਤਾਂ ਕੱਲ ਨੂੰ ਸਾਡੇ ਬੱਚੇ ਵੀ ਨੇ, ਨੌਜਵਾਨ, ਸਾਡੀ ਪੀੜ੍ਹੀ ਬਿਲਕੁਲ ਖਤਮ ਹੋ ਰਿਹਾ। ਆ ਤੁਸੀਂ ਸਾਡੇ ਪਿੱਛੇ ਦੇਖ ਰਹੇ ਹੋਵੋਗੇ ਐਡਾ ਵੱਡਾ ਗਰਾਊਂਡ ਬਣਿਆ ਹੋਇਆ, ਉਹਦੇ ਵਿੱਚ ਇਹ ਬਾਬੇ ਤਾਂ ਨਹੀਂ ਖੇਡ ਸਕਦੇ, ਠੀਕ ਆ। ਅਕਸਰ ਨੂੰ ਖੇਡਣ ਤਾਂ ਨੌਜਵਾਨ ਪੀੜ੍ਹੀ ਨਹੀਂ ਹੈਗਾ। ਜੇ ਸਾਡੀ ਨੌਜਵਾਨ ਪੀੜ੍ਹੀ ਹੋਈ ਨਹੀਂ ਬਚੂਗੀ ਤੇ ਫਿਰ ਅਸੀਂ ਗਰਾਊਂਡ ਕਿਹਦੇ ਲਈ ਰੱਖਣੇ ਆ? ਇੰਨਾ ਵੱਡਾ ਕਦਮ ਤੁਸੀਂ ਚੁੱਕਿਆ, ਉਸ ਤੋਂ ਪਹਿਲਾਂ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਨਹੀਂ ਕੀਤੀ? ਇੰਨੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਸਭ ਕੁਝ। ਹਾਂਜੀ ਸਰ, ਮੈਂ ਹਫਤਾ ਪਹਿਲਾਂ ਹੋ ਗਿਆ ਐਸਐਸਪੀ ਸਾਹਿਬ ਨਾਲ, ਜਗਰਾਮਾ ਵਾਲਿਆਂ ਨਾਲ ਮੈਂ WhatsApp ਤੇ ਫੋਨ ਤੇ ਕੰਟੈਕਟ ਕੀਤਾ, ਉਹਨਾਂ ਨਾਲ ਮੈਸੇਜ ਕੀਤਾ, ਉਹਨਾਂ ਨਾਲ ਚੈਟ ਹੋਈ ਹੈ ਮੇਰੀ, ਸਾਰੀ ਗੱਲਬਾਤ ਉਹਨਾਂ ਨਾਲ ਪਹਿਲਾਂ ਹੋਈ ਸੀਗੀ। ਹਾਂਜੀ, ਉਹਨਾਂ ਨੂੰ ਸਾਰਾ ਕੁਝ ਮੈਂ ਦੱਸਤਾ ਸੀਗਾ ਵੀ ਸਾਰੇ ਇਦਾਂ ਕਰਕੇ ਮੇਰੇ ਪਿੰਡ ਦੇ ਵਿੱਚ ਚਿੱਟਾ ਸਰੇਆਮ ਵੇਚਦਾ ਗਾ। ਤੇ ਉਹਨਾਂ ਨੇ ਮਤਲਬ ਆਪਣੀ ਅੰਦਰਲੇ ਤੌਰ ਤੇ ਵੀ ਉਹਨਾਂ ਨੇ ਉਹ ਇਨਕੁਆਰੀ ਵਗੈਰਾ ਕੀਤੀ ਹੈਗੀ, ਪਰ ਸਾਨੂੰ ਨਹੀਂ ਸੀ ਪਤਾ ਵੀ ਉਹਨਾਂ ਦੇ ਅੰਦਰਲੇ ਤੌਰ ਤੇ ਇਦਾਂ ਪੜਦੇ ਨਾ ਕੋਈ ਇਨਕੁਆਰੀ ਚੱਲ ਰਹੀ ਹੈਗੀ, ਕਿਉਂਕਿ ਸਾਨੂੰ ਇਹਨਾਂ ਦੱਸਣ ਦਾ ਟਾਈਮ ਹੀ ਨਹੀਂ ਮਿਲਿਆ। ਜੇ ਅਸੀਂ ਪ੍ਰਸ਼ਾਸਨ ਨੂੰ ਦੱਸ ਸਕੀਏ, ਸੁਣ ਸਕੀਏ, ਅਸੀਂ ਪਹਿਲਾਂ ਪ੍ਰਸ਼ਾਸਨ ਕੋਲ ਰੱਖਿਆ। ਫਿਰ ਤੁਹਾਨੂੰ ਪਤਾ ਹੀ ਆ ਪਿੰਡ ਲੈਵਲ ਤੇ ਹੋ ਜਾਂਦਾ, ਜੇ ਅਗਲਾ ਕਹਿ ਦਿੰਦਾ ਵੀ ਪ੍ਰਸ਼ਾਸਨ ਸਾਡੀ ਨਹੀਂ ਸੁਣਦਾ, ਪੁਲਿਸ ਸਾਡੀ ਨਹੀਂ ਸੁਣਦੀ, ਉਹਨਾਂ ਤੋਂ ਪੈਸੇ ਲੈ ਕੇ ਛੱਡ ਦਿੰਦੀ ਆ, ਬੜੀਆਂ ਅਫਵਾਹਾਂ ਉੱਡਦੀਆਂ ਸੀਗੀਆਂ। ਪਰ ਅੱਜ ਅਸੀਂ ਪੁਲਿਸ ਮਹਿਕਮੇ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆਂਗੇ, ਠੀਕ ਆ। ਅੱਜ ਸਾਡੇ ਕੋਲ ਡਿਪਟੀ ਸਾਹਿਬ, ਠੀਕ ਆ, ਐਸਐਸਪੀ ਸਾਹਿਬ ਤੇ ਆਈਜੀ ਸਾਹਿਬ ਸੀਗੇ, ਉਹਨਾਂ ਨੇ ਬਹੁਤ ਆ ਕੇ ਉਹਨਾਂ ਤੇ ਪਰਚੇ ਪਾਏ ਆ ਤੇ ਉਹਨਾਂ ਨੂੰ ਲੈ ਕੇ ਗਏ ਆ। 3 ਲੇਡੀਜ਼ ਉਹਨਾਂ ਨੂੰ ਚੱਕਿਆ ਗਾ, 2 ਜੈਂਟਸ ਕੱਲ੍ਹ ਚੱਕੇ ਸੀ ਤੇ 2 ਲੇਡੀਜ਼ ਹੋਰ ਰਹਿ ਗਈਆਂ, ਉਹ ਉਹਨਾਂ ਦੀ ਉਹ ਤਲਾਸ਼ ਕਰ ਰਹੇ ਹੈਗੇ। ਤੁਹਾਡੇ ਵਰਗੇ ਜਿਹੜੇ ਹੈਗੇ ਆ ਬਹੁਤ ਸਾਰੇ ਪੰਜਾਬ ਦੇ ਵਿੱਚ ਸਰਪੰਚ ਹੋਣਗੇ ਜਾਂ ਲੋਕ ਇਹੋ ਜਿਹੇ ਹੋਣਗੇ ਜਿਹੜੇ ਚਾਹੁੰਦੇ ਆ ਕਿ ਸਾਡੇ ਪਿੰਡਾਂ ਦੇ ਵਿੱਚੋਂ ਇਹ ਨਸ਼ੇ ਵਰਗੀ ਭੈੜੀ ਜਿਹੜੀ ਅਲਾਮਤ ਹੈਗੀ ਹੈ ਖਤਮ ਹੋ ਜੇ, ਤਾਂ ਬਹੁਤ ਸਾਰੇ ਲੋਕ ਵੀ ਇਦਾਂ ਸ਼ਿਕਾਇਤਾਂ ਕਰਦੇ ਆ। ਫਿਰ ਤੁਸੀਂ ਵੀ ਇਸ ਤਰ੍ਹਾਂ ਸ਼ਿਕਾਇਤਾਂ ਕਰ ਹੀ ਰਹੇ ਸੀ, ਕੀ ਲੱਗਦਾ ਫਿਰ ਅਜਿਹੇ ਉਪਰਾਲੇ ਪਿੰਡ ਕਰਨੇ ਪੈਣਗੇ ਤਾਂ ਪ੍ਰਸ਼ਾਸਨ ਜਾਗੂਗਾ? ਹਾਂਜੀ ਬਿਲਕੁਲ ਸਹੀ ਆ। ਮਤਲਬ ਮੈਂ ਇੱਕ ਗੱਲ ਕਹਿ ਰਹੀ ਹਾਂ, ਜੋ ਅਸੀਂ ਉਪਰਾਲਾ ਕੀਤਾ ਉਹਦੇ ਨਾਲ ਪ੍ਰਸ਼ਾਸਨ ਵੀ ਜਾਗਿਆ, ਸਰਕਾਰ ਵੀ ਜਾਗੀ ਆ ਤੇ ਸਰਪੰਚ ਵੀ ਜਾਗਣਗੇ ਤੇ ਪਿੰਡ ਦੇ ਮੋਹਦਵਾਰ ਬੰਦੇ ਵੀ ਜਾਗਣਗੇ, ਨੌਜਵਾਨ ਵੀ ਜਾਗਣਗੇ। ਕਿਉਂਕਿ ਅੱਜ ਮੇਰਾ ਵੀ ਸਾਥ ਮੇਰੇ ਪਿੰਡ ਦੇ ਨੌਜਵਾਨ ਵੀਰਾਂ ਨੇ ਦਿੱਤਾ ਹੈਗਾ। ਨੌਜਵਾਨ ਸਰਕਾਰ, ਇਹ ਨਹੀਂ ਪਾਰਟੀਬਾਜ਼ੀ, ਕੋਈ ਵੀ ਪਾਰਟੀ ਆ ਵੀਰ, ਪਾਰਟੀ ਤੋਂ ਉੱਪਰ ਉੱਠ ਕੇ ਇੱਕ ਆਪਣੇ ਵਿੱਚ ਇਨਸਾਨੀਅਤ ਹੋਣੀ ਜ਼ਰੂਰੀ ਆ। ਅੱਜ ਸਾਡੇ ਪਿੰਡ ਨੇ ਇੱਕ ਸਾਥ ਹੋ ਕੇ ਇਹ ਦਿਖਾਇਆ ਗਾ ਵੀ ਸਭ ਤੋਂ ਪਾਰਟੀਆਂ ਤੋਂ ਉੱਪਰ, ਸਰਪੰਚ ਤੋਂ ਉੱਪਰ, ਹਰ ਇੱਕ ਚੀਜ਼ ਤੋਂ, ਪੋਲੀਟਿਕਸ ਤੋਂ ਉੱਪਰ ਇੱਕ ਇਨਸਾਨੀਅਤ ਆ, ਜੋ ਮੇਰੇ ਪਿੰਡ ਦੇ ਵੀਰਾਂ ਨੇ ਅੱਜ ਸਾਡੇ ਸਾਰਿਆਂ ਨੇ ਮਿਲ ਕੇ ਦਿਖਾਈ ਆ। ਸਰਬਸੰਮਤੀ ਨਾਲ ਸਰਪੰਚ ਬਣੇ ਸੀ ਤੁਸੀਂ ਜਾਂ ਪਿੰਡ 'ਚ ਤੁਹਾਡੇ ਹੈਗੇ ਆ? ਨਹੀਂ, ਅਸੀਂ ਵੋਟਾਂ ਰਾਹੀਂ ਬਣੇ ਹੋਏ ਆ। ਵੋਟਾਂ ਰਾਹੀਂ ਬਣੇ ਸੀ, ਮਤਲਬ ਪਿੰਡ ਵਿੱਚ ਵੀ ਫਿਰ ਵੀ ਵੋਟਾਂ ਪੈਂਦੀਆਂ, ਤੁਹਾਡੇ ਤਾਂ 1-2 ਹੋਣਗੇ, ਪਰ ਫਿਰ ਸਾਰੇ ਲੋਕ ਇਕੱਠੇ ਕਿੱਦਾਂ ਹੁੰਦੇ? ਕਿਸ ਤਰ੍ਹਾਂ ਤੁਸੀਂ ਜਦੋਂ ਇਹ ਪਲਾਨ ਕਰਦੇ ਹੋ ਕਿ ਇਹਨਾਂ ਦੀ ਜੜ ਹੁਣ ਵੱਢਣੀ ਪੈਣੀ ਨਸ਼ੇ ਦੀ, ਤਾਂ ਫਿਰ ਇਹ ਸਾਰੇ ਲੋਕ ਇਕੱਠੇ ਹੁੰਦੇ ਕੀ ਕਰਦੇ ਹੋ ਤੁਸੀਂ? ਕਿਸ ਤਰ੍ਹਾਂ ਇਹ ਸੋਚ ਇੰਨੀ ਵੱਡੀ ਲੈ ਕੇ ਚੱਲਦੇ ਹੋ? ਆਖਰ ਇਹ ਤਾਂ ਹੁੰਦਾ ਹੀ ਆ ਕਿ ਜਿਹੜੇ ਮੇਰੇ ਨਾਲ ਲੋਕ ਜੁੜੇ ਸੀ, ਜਿਹੜੇ ਮੈਨੂੰ ਵੋਟਾਂ ਪਾਈਆਂ ਸੀ, ਉਹ ਤਾਂ ਤੁਰਨਗੇ, ਵੀ ਬਾਕੀ ਵੀ ਤੁਰਨਗੇ, ਕੋਈ ਸ਼ੰਕੇ ਤਾਂ ਮਨ 'ਚ ਹੋਣਗੇ, ਕਿੱਦਾਂ ਕਰ ਪਾਏ ਤੁਸੀਂ? ਵੀਰ ਜੀ ਦੇਖੋ, ਮੈਂ ਜਦੋਂ ਤੇ ਸਰਪੰਚ ਬਣੀ ਆ, ਮੈਂ ਕਦੇ ਇਹ ਸੋਚ ਨਹੀਂ ਰੱਖੀ ਹੈਗੀ ਵੀ ਉਹ ਬੰਦੇ ਨੇ ਮੈਨੂੰ ਵੋਟ ਪਾਈ ਆ, ਉਹਨੇ ਨਹੀਂ ਪਾਈ ਆ ਬੈਠੇ ਆ ਵੀਰ ਜਿੰਨੇ ਵੀ ਮਰਜ਼ੀ ਆ। ਮੈਂ ਇਹ ਸੋਚ ਪਹਿਲੇ ਦਿਨ ਤੋਂ ਹੀ ਨਹੀਂ ਰੱਖੀ ਹੈਗੀ। ਮੈਂ ਪਹਿਲੇ ਦਿਨ ਤੋਂ ਇਹ ਸੋਚ ਲੈ ਕੇ ਨਹੀਂ ਚੱਲੀ ਹੈਗੀ ਵੀ ਮੈਨੂੰ ਕਿਸੇ ਨੇ ਵੋਟ ਪਾਈ ਆ ਜਾਂ ਨਹੀਂ ਪਾਈ ਆ। ਮੈਂ ਪਹਿਲੇ ਦਿਨ ਤੋਂ ਹੀ ਇਹ ਲੈ ਕੇ ਚੱਲੀ ਆਂਗੀ ਵੀ ਨਹੀਂ, ਕੰਮ ਕਰਨਾ ਇੱਕ ਆਪਾਂ ਓਪਨ ਹੋ ਕੇ ਕਰਨਾ, ਉਹਦੇ ਵਿੱਚ ਕਿਸੇ ਦੇ ਨਾਲ ਵੀ ਬੈਰ ਵਿਰੋਧ ਕਰਕੇ ਨਹੀਂ ਕਰਨਾ। ਅੱਜ ਉਹ ਬੈਰ ਵਿਰੋਧ ਨਾ ਕਰਨ ਦੀ ਵਜ੍ਹਾ ਨਾਲ ਹੀ ਅਸੀਂ ਸਾਰੇ ਇੱਕ ਹੋਏ ਹਾਂ। ਲੋਕ ਇੱਕ ਹੋ ਗਏ ਫਿਰ? ਹਾਂਜੀ। ਤੁਸੀਂ ਕਿਹਾ ਕਿ ਹੁਣ ਤਾਂ ਅੱਤ ਚੱਕ ਲਈ ਸੀ, ਹੁਣ ਅੱਤ ਚੱਕਣ ਦਾ ਮਤਲਬ ਕੀ ਸੀ? ਕਿ ਪਹਿਲਾਂ ਤਾਂ ਅੱਤ ਚੁੱਕੀ ਨਹੀਂ ਗਈ, ਤਾਂ ਹੁਣ ਇਹ ਮਹੀਨੇ 'ਚ ਕੀ ਇਹੋ ਜਿਹਾ ਹੋ ਗਿਆ ਕਿ ਅੱਤ ਚੱਕ ਲਈ ਗਈ ਨਸ਼ਾ ਤਸਕਰਾਂ ਵੱਲੋਂ? ਸਰ, ਉਹ ਘੱਟੋ ਘੱਟ 1000 ਬੰਦਾ ਪਿੰਡ ਦੇ ਵਿੱਚ ਡੇਲੀ ਆ ਰਿਹਾ ਸੀਗਾ। ਕਿ ਹੁਣ ਮਾਹੌਲ 'ਚ ਢਿੱਲ ਮਿਲ ਗਈ ਸੀ, ਤਾਂ ਤੁਹਾਨੂੰ ਲੱਗਦਾ? ਕਾਰਨ ਕੀ ਸਮਝਦੇ ਹੋ? ਬਸ ਇਹੀ ਸਮਝਦੇ ਆ ਵੀ ਜਾਂ ਤਾਂ ਵੀ ਹਜੇ ਸਰਕਾਰ ਦੀ ਆਪਦੀ ਸੈਟਿੰਗ ਨਹੀਂ ਹੋ ਰਹੀ ਸੀ, ਉਹਦੀ ਵਜ੍ਹਾ ਨਾਲ ਹੋਊਗਾ। ਤੇ ਮਤਲਬ ਹੁਣ ਤਾਂ ਯਾਨੀ ਕਿ 1 ਮਹੀਨਾ ਤਾਂ ਬਹੁਤ ਹੱਦ ਤੋਂ ਵੱਧ ਹੋ ਚੁੱਕਿਆ ਸੀ। ਖੁੱਲ੍ਹੇਆਮ ਚੱਲ ਰਿਹਾ? ਬਿਲਕੁਲ ਖੁੱਲ੍ਹੇਆਮ ਸਰ, ਪੂਰਾ ਓਪਨਲੀ। ਪੁਲਿਸ ਵੱਲੋਂ ਜਦੋਂ ਤੁਹਾਡੀ ਹੁਣ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਉਹਨਾਂ ਵੱਲੋਂ ਕਾਰਵਾਈ ਚੱਲ ਰਹੀ, ਤੁਸੀਂ ਦੱਸਿਆ ਕਿ ਕਾਰਵਾਈ ਕੀਤੀ ਜਾ ਰਹੀ ਸੀ। ਨਹੀਂ ਸਰ, ਹੁਣ ਕੱਲ ਤੋਂ ਜਦੋਂ ਤੇ ਅਸੀਂ ਯਾਨੀ ਕਿ ਅਸੀਂ ਆਪ ਸਰਗਰਮ ਹੋਏ ਆ, ਸਰਕਾਰ ਸਰਗਰਮ ਹੋਈ ਆ, ਤਾਂ ਪੁਲਿਸ ਮਹਿਕਮਾ ਸਰਗਰਮ ਹੋਇਆ, ਕੱਲ ਤੋਂ ਬਹੁਤ ਜ਼ਿਆਦਾ ਉਹ ਸਾਡਾ ਸਪੋਰਟ ਕਰ ਰਹੇ ਆ। ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਪੂਰੇ ਪਿੰਡ 'ਚ ਪੁਲਿਸ ਦੀ ਕਾਰਵਾਈ ਤੁਹਾਡੇ ਐਕਸ਼ਨ ਤੋਂ ਬਾਅਦ? ਅੱਜ ਪੁਲਿਸ ਆ ਕੇ ਗਈ ਹੈਗੀ, ਅੱਜ ਘੱਟੋ ਘੱਟ 20-25 ਗੱਡੀਆਂ ਸੀਗੀਆਂ, ਸਾਰੇ ਅਫਸਰ ਸੀਗੇ, ਉਹਨਾਂ ਨੇ ਸਾਨੂੰ ਇਹੀ ਵਿਸ਼ਵਾਸ ਦਿਵਾਇਆ ਗਾ, ਉਹਨਾਂ ਤੇ ਪਰਚੇ ਵੀ ਪਾਏ ਆ, ਫੜ ਕੇ ਵੀ ਲੈ ਕੇ ਗਏ ਸਾਨੂੰ। ਉਹਨਾਂ ਨੇ ਇਹੀ ਵਿਸ਼ਵਾਸ ਦਿਵਾਇਆ ਵੀ ਸਰਪੰਚ ਸਾਹਿਬ ਵੀ ਹੁਣ ਤੁਹਾਡੇ ਪਿੰਡ 'ਚ ਅਸੀਂ ਨਸ਼ਾ ਨਹੀਂ ਰਹਿਣ ਦੇਵਾਂਗੇ। ਮੈਨੂੰ ਵਿਸ਼ਵਾਸ ਆ
ਪੁਲਿਸ ਪ੍ਰਸ਼ਾਸਨ ਤੇ ਵੀ ਹੁਣ ਸਾਡੇ ਪਿੰਡ ਦੇ ਵਿੱਚੋਂ ਘੱਟੋ ਘੱਟ ਕੋਡ ਚੱਕਿਆ ਜਾਊ। ਮੈਂ ਸਰਕਾਰ ਨੂੰ ਜਾਂ ਜੋ ਵੀ ਪਿੰਡ ਪੰਜਾਬ ਦੇ ਵਿੱਚ ਜਿੰਨੇ ਵੀ ਪਿੰਡ ਨੇ ਜਿਨ੍ਹਾਂ ਵਿੱਚ ਨਸ਼ਾ ਵਿਕ ਰਿਹਾ, ਮੈਂ ਸਾਰਿਆਂ ਨੂੰ ਇਹੀ ਕਰ ਰਹੀ ਹਾਂ, ਭਰਾਵੋ ਉੱਠੋ, ਉੱਠ ਕੇ ਹੰਬੜਾ ਮਾਰੋ, ਜਿੱਦਾਂ ਮੈਂ ਮਾਰਿਆ ਆਪਾਂ ਆਪਦੇ ਪਿੰਡ 'ਚੋਂ ਕੋਡ ਕੱਢ ਸਕਦੇ ਹਾਂ। ਜਦੋਂ ਤੁਸੀਂ ਫਿਰ ਇਹ ਸਾਰਾ ਪਿੰਡ ਇਕੱਠਾ ਹੁੰਦਾ ਐਕਸ਼ਨ ਕਰਨ ਜਾਂਦੇ ਹੋ, ਸਾਰੇ ਘਰ ਤੁਸੀਂ ਰੱਖੇ ਸੀ ਕਿ ਇਹ ਇੰਨੇ ਘਰ ਹੈਗੇ ਇਹਨਾਂ ਤਾਂ ਸਾਰਿਆਂ ਦੇ ਵਿੱਚ ਜਾਣਾ, ਸਾਰਿਆਂ 'ਚ ਛਾਪਾ ਮਾਰਦੇ ਜੀ, ਇੱਕਾ ਦੁੱਕਾ ਘਰਾਂ ਦੇ ਵਿੱਚ ਜਾਂਦੇ ਹੋ, ਕਿਸ ਤਰ੍ਹਾਂ ਇਹ ਕਾਰਵਾਈ ਹੁੰਦੀ ਸਾਰੀ? ਸਰ ਜਿਹੜੇ ਮੇਨ ਲੱਗਦੇ ਸੀਗੇ, ਜਿਹੜੇ ਮੇਨ ਹਾਈਲਾਈਟ ਸੀਗੇ, ਜਿਹੜੇ ਵੇਚਦੇ ਸੀਗੇ, ਉਹਨਾਂ ਘਰਾਂ ਦੀ ਪੁਲਿਸ ਨਾਲ ਜਾ ਕੇ ਉਹਨਾਂ ਨੇ ਛਾਪਾ ਮਾਰਿਆਗਾ। ਪੁਲਿਸ ਵੀ ਤੁਹਾਡੇ ਨਾਲ ਸੀ ਉਸ ਸਮੇਂ ਜਦੋਂ? ਸਰ ਪੁਲਿਸ ਸਾਡੇ ਨਾਲ ਸੀਗੀ, ਪੁਲਿਸ ਸਾਡੇ ਨਾਲ ਗਈ ਹੈ ਛਾਪਾ ਕੀ ਮਾਰਨ। ਕੁਝ ਬਰਾਮਦ ਹੁੰਦਾ ਫਿਰ ਜੀ ਉੱਥੇ? ਸਰ ਉਹ ਦੱਸਿਆ ਪੈਸੇ ਬਰਾਮਦ ਹੋਏ ਆ ਉਹਨਾਂ ਬਿੱਡਾਂ ਦੇ ਵਿੱਚੋਂ, ਤੇ ਛੋਟੇ ਕੰਪਿਊਟਰਾਈਜ਼ ਕੰਡੇ ਸੀਗੇ, ਛੋਟੀਆਂ ਪਾਊਚ ਸੀਗੀਆਂ ਜਿਹਦੇ ਵਿੱਚੋਂ ਨਸ਼ਾ ਭਰ ਕੇ ਵਿੱਚ ਇੰਜੈਕਸ਼ਨ ਸੀਗੇ, ਤੇ ਜੁਐਲਰੀ ਸੀ, ਕੋਈ ਆਪਦੀ ਮਾਂ ਦੀ ਧਰ ਗਿਆ ਹੋਣਾ ਜਾਂ ਘਰ ਵਾਲੀ ਦੀ ਤੁਹਾਨੂੰ ਧਰ ਕਿੱਦਾਂ ਪਤਾ ਕਿ ਜੁਐਲਰੀ ਤਾਂ ਉਹਨਾਂ ਦੀ ਆਪਣੀ ਵੀ ਹੋ ਸਕਦੀ ਹੈ ਕਿ ਉਹਨਾਂ ਦੀ ਕਿਸੇ ਦੀ ਮਾਂ ਦੀ ਧਰ ਗਿਆ ਕੋਈ, ਜਾਂ ਆਪਣੇ ਕਿਸੇ ਸਮਾਨ ਰੱਖ ਸਰ ਗਿਆ? ਦੇਖੋ ਆਪਾਂ ਸਾਰੇ ਹੀ ਪਰਿਵਾਰਾਂ ਵਾਲੇ ਆ, ਹੁਣ ਇੰਨਾ ਕੁ ਤਾਂ ਪਤਾ ਹੁੰਦਾ ਵੀ ਜਿਹੜੀ ਅਸੀਂ ਆਪਦੀ ਜੁਐਲਰੀ ਧਰਦੇ ਆ ਉਹ ਕਿੱਦਾਂ ਧਰਦੇ ਆ। ਆਪਣੇ ਕੋਲ ਡੱਬੇ ਹੁੰਦੇ ਆ ਜਾਂ ਬਾਕਸ ਹੁੰਦੇ ਆ, ਹਨਾ, ਜਾਂ ਆਪਾਂ ਘੱਟੋ ਘੱਟ ਉਹ ਜਿੱਥੋਂ ਲੈ ਕੇ ਆਉਣੇ ਆ ਉਹ ਡੱਬੇ ਦੇ ਉੱਪਰ ਜੋ ਵੀ ਜੁਐਲਰੀ ਦਾ ਜਿੱਥੋਂ ਲੈ ਕੇ ਉਹਨਾਂ ਦੇ ਨਾਮ ਤਾਂ ਹੁੰਦੇ ਆ ਨਾ, ਠੀਕ ਆ। ਉਹ ਕੁਛ ਨਹੀਂ ਸੀ, ਉਹਨਾਂ ਦੀ ਰੁਮਾਲਾਂ ਦੇ ਵਿੱਚ ਬੰਨ੍ਹ ਕੇ ਜਾਂ ਉਹੀ ਸਿੱਟ ਕੇ ਰੱਖੀਆਂ ਹੋਈਆਂ ਸੀ, ਇਦਾਂ ਕੁਛ ਨਹੀਂ ਸੀ। ਜਿਵੇਂ ਕਿਸੇ ਦਾ ਕੋਈ ਦੇ ਕੇ ਗਿਆ, ਉਹਨਾਂ ਦੇ ਨਾਲ ਪਰਚੀਆਂ ਸੀ ਵੀ ਜਦੋਂ ਤੋਂ ਦੁਬਾਰੇ ਲੈ ਜਾਾਂਗੇ ਸਾਨੂੰ ਇਦਾਂ ਮੁੜਦੇ, ਉਹ ਤਾਂ ਇੰਨਾ ਕੁ ਤਾਂ ਹੁਣ ਆਪਾਂ ਨੂੰ ਪਤਾ ਹੀ ਆ। ਪਰਚੀਆਂ ਦੇ ਨਾਂ ਲਿਖੇ ਸੀ ਕਿ ਕਿਸ ਵੱਲੋਂ ਦਿੱਤਾ ਗਿਆ? ਹਾਂ ਉਹਨਾਂ ਦੇ ਪਰਚੀਆਂ ਤੇ ਉਦਾਂ ਹੀ ਨਾਮ ਲਿਖੇ ਹੋਏ ਸੀ ਉਹਨਾਂ ਦੇ। ਸੋ ਤੁਹਾਨੂੰ ਘਰ ਵੱਲੋਂ ਸਪੋਰਟ ਸੀ ਪੂਰੀ, ਕਿਉਂਕਿ ਜਦੋਂ ਇਹੋ ਜਿਹੇ ਕੰਮ ਕਰਨੇ ਹੋਵੇ ਤੁਸੀਂ ਫਿਰ ਵੀ ਇੱਕ ਔਰਤ ਹੋਣ ਦੇ ਨਾਤੇ ਵੀ ਘਰ ਵੱਲੋਂ ਕਿਸ ਤਰ੍ਹਾਂ ਦੇਖਿਆ ਗਿਆ ਕਿ ਇੰਨਾ ਵੱਡਾ ਕੰਮ ਕਰਨ ਜਾ ਰਹੇ ਹੋ? ਦੇਖੋ ਜੀ, ਨਾ ਤਾਂ ਮੈਂ ਪੋਲੀਟੀਕਲ ਲਾਈਨ ਦੇ ਵਿੱਚ ਆ, ਠੀਕ ਆ, ਮਤਲਬ ਜਦੋਂ ਤੇ ਮੈਂ ਸਰਪੰਚ ਬਣੀ ਉਦੋਂ ਤਾਂ ਮੈਨੂੰ ਪਿੱਛੋਂ ਕੋਈ ਸਪੋਰਟ ਨਹੀਂ। ਮੈਂ ਸਿੱਧੀ ਗੱਲ ਦੱਸਦੀ ਹਾਂ, ਮੈਂ ਕੋਈ ਝੂਠ ਨਹੀਂ ਬੋਲੂੰ, ਨਾ ਮੈਨੂੰ ਕੋਈ ਪੋਲੀਟੀਕਲ ਸਪੋਰਟ ਆ, ਨਾ ਮੈਨੂੰ ਕੋਈ ਫੈਮਿਲੀ ਬੈਕਗਰਾਉਂਡ ਸਪੋਰਟ ਆ ਗਈ, ਮੈਨੂੰ ਕਿਸੇ ਦੀ ਸਪੋਰਟ ਨਹੀਂ, ਬਸ ਪਰਮਾਤਮਾ ਦੀ ਸਪੋਰਟ ਹੈ ਮੈਨੂੰ। ਅਗਰ ਅਸੀਂ ਦੇਖਦੇ ਆ ਨਾ ਕਿ ਕਦੀ ਕੋਈ ਮਸਲਾ ਹੋ ਜਾਂਦਾ, ਅਸੀਂ ਕਿਸੇ ਦੂਸਰੇ ਬੰਦੇ ਨੂੰ ਪੁੱਛਣ ਲੱਗ ਜਾਈਏ ਗਵਾਂਢੀ ਤੋਂ, ਅਗਰ ਝੱਕਦਾ ਹੈ ਉਹ ਕਹਿੰਦਾ ਮੈਂ ਨਹੀਂ ਦੱਸ ਸਕਦਾ ਜੀ, ਅਸੀਂ ਤਾਂ ਪਿੰਡ ਦੇ ਵਿੱਚ ਰਹਿਣਾ, ਕੱਲ੍ਹ ਨੂੰ ਸਾਨੂੰ ਨੁਕਸਾਨ ਪਹੁੰਚਾਉਣਗੇ, ਸਾਡੀ ਦੁਸ਼ਮਣੀਆਂ ਪੈਣਗੀਆਂ। ਤੁਸੀਂ ਇੰਨਾ ਵੱਡਾ ਸਟੈਪ ਚੱਕਦੇ ਹੋ ਕਿ ਅੰਦਰ ਵਿਲ ਪਾਵਰ ਕਿੱਦਾਂ ਇੰਨੀ ਮਜ਼ਬੂਤ ਹੁੰਦੀ? ਮੈਂ ਨਾ ਮਤਲਬ ਬੈਠੇ ਆ ਮੇਰੇ ਵੀਰ ਸਾਰੇ, ਇਹਨਾਂ ਨੂੰ ਪੁੱਛ ਲਓ ਵੀ ਮੈਂ ਕਿੱਦਾਂ ਦੀ ਸਰਪੰਚ ਆ। ਚੈਲੰਜ ਲੈਣਾ ਮੈਨੂੰ ਬਹੁਤ ਵਧੀਆ ਲੱਗਦਾ, ਇਹ ਮੇਰੀ ਪਹਿਲਾਂ ਤੋਂ ਹੀ ਖਾਸੀਅਤ ਰਹੀ ਆ। ਮਤਲਬ ਮੈਂ ਗੌਰਮੈਂਟ ਕਾਲਜ ਮਰੇਕੋਟਲੇ ਦੀ ਪੜ੍ਹਨ ਸਟੂਡੈਂਟ ਆ, ਮੈਂ ਉੱਥੇ ਪੜ੍ਹੀ ਹੋਈ ਆਂਗੀ, ਤੇ ਮਤਲਬ ਮੈਂ ਆਪਣਾ ਜਿੱਥੋਂ ਤੱਕ ਮੋੜਾ ਮੋਟਾ ਵੀ ਆਪਣਾ ਕਹਿੰਦੇ ਹੁੰਦੇ ਆਪਾਂ ਕਿਸੇ ਨੂੰ ਸਮਝਦੇ ਆ ਵੀ ਮੈਂ ਰਜੀਆ ਸੁਲਤਾਨਾ ਮੈਮ ਨੂੰ ਆਪਣਾ ਆਨਰ ਮੰਨ ਕੇ, ਮਤਲਬ ਜਦੋਂ ਤੱਕ ਮੈਂ 12 ਸਰਟੀਫਿਕੇਟ ਲੈਤੇ ਹੋਏ ਆ ਉਹਨਾਂ ਤੋਂ, ਮੈਂ ਸਪੋਰਟਸ ਵਿੱਚ ਰਹੀ ਹੋਈ ਆ ਉੱਥੇ, ਮਤਲਬ ਮੈਂ ਉਹਨਾਂ ਨੂੰ ਮੰਨ ਕੇ ਉਹਨਾਂ ਕੁ ਦ੍ਰਿੜ, ਮਤਲਬ ਮੇਰੇ ਫਾਦਰ ਸਾਹਿਬ, ਮੈਂ ਫੌਜੀ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ, ਪਿਛਲਾ ਮੇਰੇ ਫਾਦਰ ਸਾਹਿਬ ਨਹੀਂ, 5 ਭਰਾ ਨੇ, ਪੰਜੋਂ ਜਾਣੀ ਕਿ ਜਿਹੜਾ ਮੈਨੂੰ ਹੌਸਲਾ ਅਫਜ਼ਾਈ ਮਿਲੀ ਹੋਈ ਆ ਉਹ ਮੇਰੇ ਫਾਦਰ ਸਾਹਿਬ ਤੋਂ ਮਿਲੀ ਹੋਈ ਆ ਮੈਨੂੰ ਵਿਰਾਸਤ ਵਿੱਚ ਮਤਲਬ ਸੀ। ਹਾਂਜੀ। ਤੇ ਇੱਕ ਤੁਸੀਂ ਹੋਰ ਗੱਲ ਕਹੀ ਕਿ ਜਿਹੜੀਆਂ ਇਹ ਕੰਮ ਕਰਦੀਆਂ ਸੀ ਉਹਨਾਂ ਦੀ ਮੋਢੀ ਔਰਤਾਂ ਸੀ। ਔਰਤਾਂ ਨੂੰ ਹਮੇਸ਼ਾ ਇਹ ਦੇਖਿਆ ਜਾਂਦਾ ਕਿ ਜਦੋਂ ਕੋਈ ਕਾਮਯਾਬ ਹੁੰਦਾ ਉਹਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ, ਕਿ ਔਰਤ ਵਸਾ ਵੀ ਸਕਦੀ ਹੈ ਕਿਸੇ ਚੀਜ਼ ਨੂੰ, ਔਰਤ ਉਜਾੜ ਵੀ ਸਕਦੀ ਹੈ ਇਹ ਚੀਜ਼ਾਂ। ਤੇ ਔਰਤਾਂ ਦਾ ਜਿਹੜਾ ਅਜਿਹਾ ਘਿਨੌਣੇ ਕੰਮਾਂ ਦੇ ਵਿੱਚ ਸਾਹਮਣੇ ਆਉਣਾ, ਔਰਤਾਂ ਦਾ ਸਭ ਤੋਂ ਉੱਤੇ ਰਹਿਣਾ, ਇਹ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੂਜੇ ਪਾਸੇ ਤੁਸੀਂ ਆਪ ਔਰਤ ਤੋਂ ਜਦੋਂ ਤੁਸੀਂ ਕਾਰਵਾਈ ਕਰਦੇ ਹੋ? ਦੇਖੋ ਜੀ, ਤੁਹਾਡੀ ਗੱਲ ਬਿਲਕੁਲ ਸਹੀ ਆ। ਇੱਕ ਔਰਤ ਹੁੰਦੀ ਆ, ਬੰਦਾ ਸਿਰਫ ਇਕੱਲੀ ਬਾਹਰੋਂ ਕਮਾਈ ਕਰਨ ਵਾਲਾ ਹੁੰਦਾ ਗਾ। ਔਰਤ ਇੱਕ ਇਦਾਂ ਦੀ ਆ, ਉਹਨੇ ਘਰ ਬਸਾਉਣਾ ਹੁੰਦਾ, ਉਹਨੇ ਉਜਾੜਨਾ ਹੁੰਦਾ ਗਾ। ਸਿਆਣੇ ਕਹਿੰਦੇ ਹੁੰਦੇ ਆ ਜੇ ਔਰਤ ਸੂਈ ਨਾਲ ਵੀ ਕੁਛ ਬਾਹਰ ਸਿੱਟਣ ਲੱਗ ਜੇ ਨਾ ਤਾਂ ਵੀ ਘਰ ਉੱਜੜ ਜਾਂਦਾ, ਤੇ ਬੰਦਾ ਇਦਾਂ ਕਰਕੇ ਤਾਂ ਵੀ ਨਹੀਂ ਘਰ ਉੱਜੜਦਾ ਹੈਗਾ। ਤੇ ਮਤਲਬ ਇਹਨਾਂ ਔਰਤਾਂ ਨੇ ਤਾਂ ਮਤਲਬ ਸਾਡਾ ਪਿੰਡ ਹੀ ਉਜਾੜ ਕੇ ਰੱਖਦਾ, ਠੀਕ ਆ। ਜੇ ਅੱਜ ਮੈਂ ਔਰਤ ਨੂੰ ਕਹਿੰਦੇ ਹੁੰਦੇ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਆ, ਤੇ ਅੱਜ ਇਹਨਾਂ ਨੂੰ ਮੈਂ ਉਸ ਤਰੀਕੇ ਨਾਲ ਦੇਖ ਰਿਹਾ ਤਾਂ ਇਹ ਮੈਨੂੰ ਆਪਦੀ ਨਿਗਾਹ 'ਚ ਸਭ ਤੋਂ ਵੱਡੀ ਦੁਸ਼ਮਣ ਸਮਝਦੇ ਹੋਣਗੇ। ਪਰ ਜੋ ਵੀ ਕੀਤਾ ਮੈਂ ਆਪਣੇ ਪਿੰਡ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਕੀਤਾ ਗਾ। ਚਾਹੇ ਮੈਨੂੰ ਕੋਈ ਗਲਤ ਨਿਗਾਹ ਨਾਲ ਜਿਵੇਂ ਦੇਖੀ ਜਾਵੇ ਵੀ ਇਹਨੇ ਸੋਚਿਆ ਨਹੀਂ, ਕੁਛ ਸਮਝਿਆ ਨਹੀਂ, ਮੈਂ ਕੁਛ ਨਹੀਂ ਸੋਚਿਆ ਵੀ ਮੇਰੇ ਨਾਲ ਕੱਲ੍ਹ ਨੂੰ ਇਹਨਾਂ ਨੇ ਕੀ ਸਲੂਕ ਕਰਨਾ, ਮੇਰੇ ਤੇ ਨਾਲ ਕੀ ਕਰਾਉਣਾ, ਕੀ ਕਰਨਗੇ ਇਹ, ਮੈਂ ਕੁਛ ਵੀ ਨਹੀਂ ਸੋਚਿਆ। ਮੈਂ ਜੋ ਕੁਛ ਸੀਗਾ ਬਸ ਪਰਮਾਤਮਾ ਦਾ ਨਾਮ ਲੈ ਕੇ ਮਤਲਬ ਕਰਤਾ। ਜਿਹੜੀ ਹੁਣ ਪੁਲਿਸ ਦੀ ਕਾਰਵਾਈ ਹੁੰਦੀ ਹੈ, ਸੰਤੁਸ਼ਟ ਹੋ ਇਸ ਤੋਂ? ਸਾਰਾ ਜੋ ਤੁਸੀਂ ਚਾਹੁੰਦੇ ਸੀ ਕਿ ਜਿੰਨੇ ਤਸਕਰ ਹੈਗੇ ਉਹ ਫੜੇ ਗਏ ਹੁਣ? ਨਹੀਂ ਸਰ, ਰਹਿੰਦੇ ਆ ਹਜੇ। ਹਾਂ, ਜਾਣੀ ਕਿ ਮੈਂ ਫਿਰ ਵੀ ਪੁਲਿਸ ਤੋਂ ਪ੍ਰਸ਼ਾਸਨ ਤੋਂ ਅੱਜ ਸੰਤੁਸ਼ਟ ਹਾਂ, ਬਟ ਹਜੇ ਰਹਿੰਦੇ ਆ ਸਰ। ਅਜੇ ਕੀ ਫਰਾਰ ਆ ਮਤਲਬ? ਹਾਂਜੀ, 2-3 ਲੇਡੀਜ਼ ਫਰਾਰ ਨੇ ਗਏ ਸੀਗੇ ਉਹ, ਪਰ ਫਿਰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ, ਇਹ ਮੇਰੀ ਵੀਡੀਓ ਮੇਰੇ ਮੜਿਆਣੀ ਪਿੰਡ ਦੇ ਵਿੱਚ ਵੀ ਜ਼ਰੂਰ ਆਵੇ ਵੀ ਭੈਣੋ, ਜੋ ਵੀ ਕਰਦੇ ਆ ਜਾਂ ਰਹਿ ਗਏ ਜਾਂ ਜਿਨ੍ਹਾਂ ਨੂੰ ਪਤਾ ਵੀ ਅਸੀਂ ਕਰਦੇ ਆ, ਹੱਥ ਜੋੜ ਕੇ ਬੇਨਤੀ ਆ ਵੀ ਮੇਰੇ ਪਿੰਡ ਦੇ ਵਿੱਚੋਂ ਇਹ ਕੰਮ ਬੰਦ ਕਰ ਦਿਓ। ਤੁਹਾਨੂੰ ਪਹਿਲਾਂ ਪ੍ਰਸ਼ਾਸਨ ਦੇ ਉੱਤੇ ਯਕੀਨ ਨਹੀਂ ਸੀ ਕਿ ਪ੍ਰਸ਼ਾਸਨ ਇਹ ਕਰ ਸਕਦਾ ਹੈ? ਤੁਸੀਂ ਐਡਾ ਵੱਡਾ ਜਿਹੜਾ ਕਦਮ ਚੁੱਕਿਆ, ਪਿੰਡ ਇਕੱਠਾ ਹੋਇਆ,
ਤੇ ਕਿਉਂ ਜਿਹੜਾ ਯਕੀਨ ਚੁੱਕਿਆ ਜਾਂਦਾ ਪ੍ਰਸ਼ਾਸਨ ਦੇ ਉੱਤੋਂ ਕਿ ਪ੍ਰਸ਼ਾਸਨ ਨੇ ਹੁਣ ਕੁਝ ਨਹੀਂ ਕਰਨਾ, ਹੁਣ ਸਾਨੂੰ ਆਪ ਹੀ ਕਰਨਾ ਪੈਣਾ? ਦੇਖੋ ਜੀ, ਪੁਲਿਸ ਮਹਿਕਮੇ ਤੇ ਦਾਗ ਪਹਿਲਾਂ ਤੋਂ ਹੀ ਲੱਗਦੇ ਆ ਰਹੇ ਆ ਵੀ ਪੁਲਿਸ ਪੈਸੇ ਖਾਂਦੀ ਆ ਜੀ, ਆਹ ਨਹੀਂ ਕਰਦੀ ਜੀ, ਉਹ ਨਹੀਂ ਕਰਦੀ। ਦੇਖੋ ਅਸੀਂ ਵੀ ਇਹ ਚੀਜ਼ਾਂ ਉਸ ਦਿਨ, ਜਿਸ ਦਿਨ ਅਸੀਂ ਕੱਲ ਆਪਦਾ ਧਰਨਾ ਲਾਇਆ, ਅਸੀਂ ਵੀ ਇਹ ਚੀਜ਼ਾਂ ਉੱਥੇ ਕਈਆਂ ਨੇਗੀਆਂ। ਨਹੀਂ ਅਸੀਂ ਕਹਿੰਦੇ ਵੀ ਨਹੀਂ ਅਸੀਂ ਪ੍ਰਸ਼ਾਸਨ ਨੂੰ ਦੱਸਿਆ ਜਾਂ ਉਹ ਵੀ ਪੁਲਿਸ ਨੂੰ ਦੱਸਦੇ ਆ ਵੀ ਕੋਈ ਸਾਡੇ ਅੱਗੇ ਨਹੀਂ ਆਇਆ ਹੈਗਾ, ਪਰ ਕਹਿੰਦੇ ਹੁੰਦੇ ਆ ਨਾ, ਜਦੋਂ ਕਿਸੇ ਨੂੰ ਹਲੂਣਾ ਦਵੋਗੇ ਤਾਂ ਉਹ ਜਾਗਦਾਗਾ। ਠੀਕ ਆ, ਜੇ ਅਸੀਂ ਉਹ ਚੀਜ਼ ਨੂੰ ਹਲੂਣਾ ਨਾ ਮਾਰਦੇ ਨਾ ਤੇ ਅੱਜ ਸਾਡੇ ਕੋਲ ਕਿਸੇ ਨੇ ਵੀ ਨਹੀਂ ਸੀ ਹੋਣਾ, ਅੱਜ ਤੁਸੀਂ ਵੀ ਨਹੀਂ ਸੀ ਸਾਡੇ ਕੋਲ ਬੈਠੇ ਹੋਣਾ, ਜੇ ਅਸੀਂ ਇੰਨਾ ਕੁ ਪ੍ਰਸ਼ਾਸਨ ਨੂੰ ਹਲੂਣ ਦੇ ਨਾ ਜਾਂ ਅਸੀਂ ਸਰਕਾਰ ਨੂੰ ਨਾ ਇੰਨਾ ਕੁ ਹਲੂਣ ਦੇ। ਸੋ ਹੁਣ ਲੱਗਦਾ ਕਿ ਹੁਣ ਅੱਗੇ ਜਿਹੜਾ ਇਹ ਫੜੇ ਗਏ ਆ, ਹੁਣ ਇਹ ਫੇਰ ਉਸ ਤਰ੍ਹਾਂ ਛੱਡੇ ਨਹੀਂ ਜਾਣਗੇ, ਇਹਨਾਂ ਤੇ ਸਖਤ ਕਾਰਵਾਈ ਹੋਊਗੀ। ਇਹ ਕੋਈ ਭਰੋਸਾ ਤੁਹਾਨੂੰ ਦਵਾਇਆ ਗਿਆ? ਤੁਹਾਡੀ ਗੱਲਬਾਤ ਹੋਈ ਹੈ ਵੱਡੇ ਅਧਿਕਾਰੀਆਂ ਦੇ ਨਾਲ? ਕੌਣ ਕੌਣ ਆਏ ਸੀ, ਕਿਸ ਤਰ੍ਹਾਂ ਦਾ ਐਕਸ਼ਨ ਲਿਆ ਗਿਆ ਪੁਲਿਸ ਵੱਲੋਂ? ਸਰ ਘੱਟੋ ਘੱਟ IG ਸਾਹਿਬ ਸੀ, ਡਿਪਟੀ ਸਾਹਿਬ ਸੀਗੇ ਤੇ SSP ਸਾਹਿਬ ਜੀ। ਸਾਨੂੰ ਵਿਸ਼ਵਾਸ ਦਵਾਇਆ ਗਿਆ ਗਾ ਵੀ ਇਹ ਇਦਾਂ ਦਾ ਕੰਮ, ਮਤਲਬ ਉਹਨਾਂ ਤੇ ਪਰਚੇ ਪਾਏ ਗਏ ਆ, ਜੇ ਨਹੀਂ ਕਰਨਗੇ ਫਿਰ ਅਸੀਂ ਤਾਂ ਬੈਠੇ ਆ, ਪਿੰਡ ਵਾਲੇ ਆ, ਅਸੀਂ ਤਾਂ ਕਿਤੇ ਗਏ ਨਹੀਂ। ਅਸੀਂ ਤਾਂ ਦੇਖੋ ਜੀ 2 ਦਿਨ ਦਾ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਸੀ ਵੀ 2 ਦਿਨ ਦੇ ਵਿੱਚ ਸਾਨੂੰ ਕਾਰਵਾਈ ਕਰਕੇ ਦਿਖਾ ਦਿਓ, ਨਹੀਂ ਚਾਹੇ ਸਾਡੇ ਤੇ ਅਸੀਂ ਉਹਨਾਂ ਨਾਲ ਜੋ ਸਲੂਕ ਮਰਜ਼ੀ ਕਰੀਏ, ਨਾ ਸਾਡੇ ਤੇ ਕੋਈ ਪਰਚਾ, ਮੇਰੇ ਪਿੰਡ ਦੇ ਮੁੰਡਿਆਂ ਤੇ ਜੋ ਵੀ ਅਸੀਂ ਕਰਾਂਗੇ, ਅਸੀਂ ਚਾਰੇ ਰੋਡ ਜਾਮ ਕਰਕੇ ਪਿੰਡ ਦੇ ਕਰਾਂਗੇ, ਅਸੀਂ ਆਪ ਕਰਾਂਗੇ, ਖੁਦ ਕਰਾਂਗੇ। ਕੱਲ ਨੂੰ ਸਾਡੇ ਤੇ ਪ੍ਰਸ਼ਾਸਨ ਕੋਈ ਉਂਗਲੀ ਚੁੱਕਣ ਜੋਗਾ ਨਹੀਂ, ਜਾਂ ਸਾਡੇ ਤੇ ਕੋਈ ਪਰਚਾ, ਮੇਰੇ ਪਿੰਡ ਦੇ ਨੌਜਵਾਨਾਂ ਤੇ ਕੋਈ ਪਰਚਾ ਨਹੀਂ ਕਰੂਗਾ ਵੀ ਹਾਂ ਤੁਸੀਂ ਇਦਾਂ ਕਿਉਂ, ਫਿਰ ਅਸੀਂ ਆਪਦੀ ਲਾਠੀ ਆਪ ਵਰਤਾਂਗੇ। ਤੁਹਾਡੇ ਜਿਹੜੀ ਕਾਰਵਾਈ ਤੁਸੀਂ ਕੀਤੀ ਆ, ਹੁਣ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ ਜਦੋਂ ਤੁਸੀਂ ਬਹਿੰਦੇ ਹੋ ਜਾ ਕੇ, ਜਾਂ ਕਾਰਵਾਈ ਹੁੰਦੀ ਆ, ਵੱਡੇ ਅਫਸਰ ਵੀ ਆਉਂਦੇ, ਉਹਨਾਂ ਨੇ ਤੁਹਾਡੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਜਾਂ ਫਿਰ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਾਨੂੰਨ ਇਦਾਂ ਹੱਥ 'ਚ ਨਹੀਂ ਲੈਣਾ ਚਾਹੀਦਾ, ਤੁਸੀਂ ਕਾਨੂੰਨ ਨੂੰ ਦੱਸੋ ਜਾ ਕੇ, ਜਾਂ ਉਹੀ ਗੱਲਾਂ ਕੀਤੀਆਂ ਗਈਆਂ ਜਾਇਜ਼ ਆ, ਜਾਂ ਹੁਣ ਤੁਹਾਡੀ ਕਾਰਵਾਈ ਨਾਜਾਇਜ਼ ਰਹਿੰਦੀ, ਤਾਂ ਕਿ ਹੋਰ ਪਿੰਡਾਂ ਵਾਲੇ ਵੀ ਉਹ ਵੀ ਬਹੁਤ ਸੋਚਦੇ ਆ ਤੁਹਾਡੀ ਕਾਰਵਾਈ ਨੂੰ ਦੇਖ ਕੇ, ਉਹਨਾਂ ਦੇ ਮਨ ਵਿੱਚ ਵੀ ਹੋਊਗਾ ਕੀ ਪਿੰਡਾਂ ਵਾਲਿਆਂ ਨੂੰ ਇਦਾਂ ਕਰਨਾ ਚਾਹੀਦਾ, ਜਾਂ ਤੁਸੀਂ ਇਹ ਚੀਜ਼ ਨੂੰ ਸਮਝਦੇ ਹੋ ਕਿ ਅਸੀਂ ਇਹ ਕਰਕੇ ਫਸੇ ਵੀ ਹੋਏ ਆ, ਜਾਂ ਲੱਗਦਾ ਕਿ ਨਹੀਂ ਕਰ ਲੈਣਾ ਚਾਹੀਦਾ ਸਾਰਿਆਂ ਨੂੰ? ਦੇਖੋ ਜੀ, ਮੇਰਾ ਤਾਂ ਇਹ ਕੰਮ ਆ, ਪਹਿਲਾਂ ਕਰ ਦਵੋ, ਸੋਚੋ ਬਾਅਦ 'ਚੋਂ। ਹਾਂ, ਸੋਚਦੀ ਮੈਂ ਬਾਅਦ ਦੇ ਵਿੱਚ ਕਰ ਦੋ। ਹੁਣ ਇਹ ਸਾਡੀ ਕਾਰਵਾਈ ਨੂੰ ਦੇਖੇ, ਘੱਟੋ ਘੱਟ ਪੁਲਿਸ ਮਹਿਕਮਾ ਇੰਨਾ ਤਾਂ ਸੁਚੇਤ ਹੋਇਆ। ਅੱਜ IG ਸਾਹਿਬ ਇਹ ਕਹਿ ਕੇ ਗਏ ਆ ਵੀ ਜਿੰਨੇ ਪਿੰਡ ਦੇ ਹਲਕੇ ਦੇ ਸਰਪੰਚ ਨੇ, ਤੁਸੀਂ ਸਾਰਿਆਂ ਨਾਲ ਮੀਟਿੰਗਾਂ ਕਰੋ, ਜਾ ਕੇ ਉਹਨਾਂ ਨੂੰ ਪੁੱਛੋ ਵੀ ਤੁਹਾਡੇ ਪਿੰਡ ਦੇ ਵਿੱਚ ਕੌਣ ਕੌਣ ਚਿੱਟਾ ਵੇਚਦੇ ਆ। ਅਕਸਰ ਨੂੰ ਘੱਟੋ ਘੱਟ ਉਹਨਾਂ ਨੂੰ ਜਾ ਕੇ ਪੁੱਛਣਗੇ, ਉਹਨਾਂ ਤੋਂ ਪਤਾ ਲੱਗੂ ਵੀ ਇਹ ਵੇਚਦੇ ਆ, ਤੇ ਉਹ ਵੀ ਪਿੰਡਾਂ ਦੇ ਸਰਪੰਚ ਜਾਗਰੂਕ ਹੋਣਗੇ। ਅਸੀਂ ਇੱਕ ਧਰਨਾ ਲਾਤਾ ਤੇ ਘੱਟੋ ਘੱਟ 112 ਪਿੰਡ ਤਾਂ ਜਾਗਰੂਕ ਹੋਏ ਆ ਨਾ, ਉਹਨਾਂ ਨੂੰ 12 ਪਿੰਡਾਂ ਨੂੰ ਤਾਂ ਕੁਝ ਕਰਨ ਦੀ ਲੋੜ ਨਹੀਂ ਪਈ। ਘੱਟੋ ਘੱਟ ਉਹਨਾਂ ਦੇ ਪਿੰਡੋਂ ਵੀ ਕੋਡ ਨਿਕਲੂਗਾ ਨਾ ਉਹ। ਸੋ ਬਿਲਕੁਲ, ਹੋਰ ਵੀ ਪਤਵੰਤੇ ਸੱਜਣਾ, ਸੋ ਇਹ ਪਿੰਡ ਦੀ ਸੱਥ ਆ, ਮੈਂ ਦਿਖਾ ਦਿਆਂ ਕਿ ਮਾਹੌਲ ਕੀ ਆ। ਸੋ ਬਾਬਾ ਜੀ, ਕਿਸ ਤਰ੍ਹਾਂ ਦੇਖਦੇ ਜਿਹੜੀ ਇਹ ਕਾਰਵਾਈ ਪਾਈ ਜਾਂਦੀ ਹੈ, ਤੇ ਨਾਂ ਕੀ ਹੈ ਤੁਹਾਡਾ? ਨਾਮ ਮੇਰਾ ਕੁਲਦੀਪ ਸਿੰਘ ਸਿੱਧੂ ਹੈ। ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਇਹ ਕਾਰਵਾਈ ਹੁੰਦੀ ਹੈ ਪਿੰਡ ਦੇ ਵਿੱਚੋਂ, ਇਹ ਲੈਵਲ ਤੇ ਆ ਕੇ ਕੰਮ ਕਰਨਾ ਪੈ ਰਿਹਾ? ਇਹ ਕਾਰਵਾਈ ਜੀ ਮੁੰਡੇ ਇਕੱਠੇ ਹੋਏ ਸੀ ਪਿੰਡ ਦੇ, ਸ਼ੁਰੂ ਕਰੀ ਸੀ ਉਹਨਾਂ ਨੇ, ਫਿਰ ਸਰਪੰਚ ਸਾਹਿਬ ਨੇ ਜਾਨੀ ਇਹ ਗੱਲ ਸਿਰੇ ਲਾਤੀ। ਸਰਪੰਚ ਸਾਡੀ ਸਰਪੰਚਨੀ ਗੁੱਡੀ ਨੇ, ਜਾਨੀ ਜੋ ਕੁਛ ਇਹਨੇ ਕਰਿਆ, ਅਸੀਂ ਹੈਰਾਨ ਆ ਇਸ ਗੱਲ ਤੇ। ਇਹ ਸ਼ਾਬਾਸ਼ ਦਿੰਦੇ ਇਹਨੂੰ, ਔਰ ਇਹਦਾ ਧੰਨਵਾਦ ਵੀ ਕਰਦੇ ਪਿੰਡ ਵੱਲੋਂ। ਕੀ ਲੱਗਦਾ ਹੈ ਕਿ ਇਹ ਕਾਰਵਾਈ ਦੀ ਲੋੜ ਸੀ? ਤੁਸੀਂ ਅਕਸਰ ਦੇਖਦੇ ਸੀ ਜੋ ਮਾਹੌਲ ਸਰਪੰਚਨੀ ਸਾਹਿਬ ਨੇ ਦੱਸਿਆ, ਇਸ ਤਰ੍ਹਾਂ ਦਾ ਹੀ ਮਾਹੌਲ ਸੀ? ਕਿਸ ਤਰ੍ਹਾਂ ਦਾ ਮਾਹੌਲ ਵਿਗੜ ਚੁੱਕਿਆ? ਬਿਲਕੁਲ ਇਸ ਤਰ੍ਹਾਂ ਦਾ ਮਾਹੌਲ ਸੀ। ਇੱਥੇ ਤੁਸੀਂ ਬੈਠੇ ਹੋ, ਤੁਸੀਂ ਇੱਕ ਦਿਨ ਅਸੀਂ ਗਿਣੇ ਬੰਦੇ, ਕਿਸੇ ਮੁੰਡੇ ਦੇ ਸਾਡੇ ਨੇ 2 ਘੰਟੇ 40 ਮੋਟਰਸਾਈਕਲ ਲੰਘੇ 2 ਘੰਟਿਆਂ 'ਚ, ਔਰ ਹਰੇਕ ਬੰਦੇ ਤੇ ਹਰੇਕ ਮੋਟਰਸਾਈਕਲ ਤੇ 2 ਜਾਂ 3 ਬੰਦੇ ਹੁੰਦੇ ਸੀ। ਇਹ ਪਿੰਡ ਦੇ ਬੰਦੇ ਹੁੰਦੇ ਸੀ ਜਾਂ ਫਿਰ ਲਾਮਾ ਪਿੰਡਾਂ ਦੇ? ਲਾਮਾ ਪਿੰਡਾਂ ਦੇ ਅਸੀਂ ਅੱਜ ਤਾਂ ਇਹ ਰੋਡ ਸੁਣਨੇ ਪਏ ਆ ਜੀ। ਅੱਜ ਸੁਣਨੇ ਤਾਂ ਹੀ ਨੇ, ਅੱਜ ਕਾਰਵਾਈ ਹੁੰਦੀ ਤਾਂ ਕੱਲ ਸੁਣੇ ਹੋਏ ਨੇ, ਕੱਲ ਸੁਣੇ ਹੋਏ ਨੇ, ਪਰਸੋਂ ਸਾਰਾ ਕੁਝ ਚੱਲਦਾ ਸੀ। ਸੋ ਮੈਂ ਦੇਖ ਰਿਹਾ ਕਿ ਗਰਾਊਂਡ ਬਹੁਤ ਵਧੀਆ, ਜਿਹੜਾ ਦਿਖਾ ਦਿਓ ਇੱਕ ਵਾਰੀ ਕਿ ਗਰਾਊਂਡ ਬਹੁਤ ਵਧੀਆ ਬਣਾਏ ਹੋਏ ਆ। ਸੋ ਗਰਾਊਂਡਾਂ ਦੇ ਬਾਵਜੂਦ ਵੀ ਖੇਡਾਂ ਨੂੰ ਕਿਹਾ ਜਾਂਦਾ ਕਿ ਖੇਡਾਂ ਨੂੰ ਪ੍ਰਮੋਟ ਕਰਨਾ ਚਾਹੀਦਾ, ਵਧੀਆ ਗਰਾਊਂਡ ਪਿੰਡਾਂ ਦੇ ਵਿੱਚ ਹੋਣੇ ਚਾਹੀਦੇ, ਪਰ ਜਦੋਂ ਇੰਨੇ ਵਧੀਆ ਗਰਾਊਂਡ ਹੋਣ ਤਾਂ ਫਿਰ ਵੀ ਲੋਕ ਜਿਹੜੇ ਹੈਗੇ ਆ ਉਹ ਨਸ਼ੇ ਕਰਦੇ ਹੋਣ। ਬਾਬਾ ਜੀ, ਕੀ ਸਮਝਦੇ ਹੋ, ਜੇ ਗਰਾਊਂਡ ਇੰਨੇ ਵਧੀਆ ਹੋਣ ਤਾਂ ਫਿਰ ਵੀ ਲੋਕ ਇਸ ਤਰ੍ਹਾਂ ਨਸ਼ੇ ਕਰਨ? ਹਾਂਜੀ, ਇਹ ਤਾਂ ਮਾੜੀ ਗੱਲ ਹੈ ਜੀ। ਜਾਂ ਗਰਾਊਂਡ ਆਪਾਂ ਬਣਾਇਆ ਨੌਜਵਾਨੀ ਚ ਖੇਡਣ ਵਾਸਤੇ ਬਣਾਇਆ, ਇਹ ਬਜ਼ੁਰਗਾਂ ਵਾਸਤੇ ਨਹੀਂ ਘੁੰਮਣ ਫਿਰਨ ਜਾਂ ਚੀਜ਼ ਇਹ ਕੰਮ ਕਰਨ ਲਈ। ਹਾਂਜੀ, ਜੇ ਨੌਜਵਾਨੀ ਨੂੰ ਖਤਮ ਹੋ ਗਈ ਨਸ਼ਾ ਖਾ ਕੇ, ਤੇ ਫਿਰ ਗਰਾਊਂਡ ਆਪਾਂ ਕਰਾਉਣਾ ਵੀ ਕੀ? ਜ਼ਿੰਮੇਵਾਰ ਕਿਹਨੂੰ ਸਮਝਦੇ ਹੋ? ਇਹਨੂੰ ਜ਼ਿੰਮੇਵਾਰ ਕੌਣ ਆ? ਨਸ਼ਾ ਜਿਹੜਾ ਇਸ ਤਰ੍ਹਾਂ ਖੁੱਲ੍ਹੇਆਮ ਨਸ਼ਾ ਵਿਕ ਰਿਹਾ ਹੈ, ਇਸ ਚੀਜ਼ ਦਾ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਤੁਸੀਂ? ਜ਼ਿੰਮੇਵਾਰ ਤਾਂ ਜੀ ਹੁਣ ਆਪਾਂ ਜਿਹੜੇ ਹੁਣ ਬਕਾਉਂਦੇ ਆ ਬੰਦੇ, ਕੋਈ ਵੀ ਆਪਣੇ ਕੋਈ ਚਾਹੇ ਲੀਡਰ ਬਕਾਉਂਦਾ, ਚਾਹੇ ਕੋਈ ਵੀ ਬਕਾਉਂਦਾ। ਕੌਣ ਬੰਦ ਕਰ ਸਕਦਾ ਨਸ਼ੇ ਨੂੰ? ਜੇ ਤੁਸੀਂ ਕੋਈ ਵੀ ਪੂਰਨ ਤੌਰ ਤੇ ਬੰਦ ਕੀਤਾ ਜਾ ਸਕਦਾ ਨਸ਼ਾ? ਅੰਤਾ ਜੀ ਇੱਕਣਾ ਜਿਵੇਂ ਪਿੰਡ ਆ, ਜਿਵੇਂ ਸਾਡੇ ਸਰਪੰਚ ਸਾਹਿਬ ਨੇ ਹਮੜਾ ਮਾਰਿਆ ਵਾ, ਹੈਨਾ, ਏਕਾ ਵਾ, ਸਾਰੇ ਪਿੰਡ ਦਾ ਏਕਾ ਹੋ ਗਿਆ, ਸਾਰਾ ਏਕਾ ਕਰਕੇ ਕੋਈ ਸਾਡੇ ਪਾਰਟੀ ਨਹੀਂ, ਕੋਈ ਅਕਾਲੀ ਨਹੀਂ, ਕਾਂਗਰਸ ਨਹੀਂ, ਕੋਈ ਨਹੀਂ। ਜਿੰਨਾ ਵੀ ਸਾਡੇ ਪਿੰਡ ਤੋਂ ਵੱਧ ਹੋਇਆ ਅਸੀਂ ਉਹਨਾਂ ਕੀਤਾ ਵਾ। ਬਾਕੀ ਦੂਜਾ ਨੰਬਰ ਆ ਝੰਡਾ ਲੱਗਿਆ, ਇੱਥੋਂ ਵੀ ਤਾਂ ਤੇ ਲਾਏ ਹੋਏ ਆ।
ਕਿੱਥੋਂ ਜੀ? ਆ ਗਿਆ ਖੰਬੇ ਨਾਲ ਹੀ ਹਾਂਜੀ ਆ ਜੀ ਹਾਂ। ਇੱਥੋਂ ਵੀ ਤਖਤੇ ਲਾਏ ਗਏ 3-4 ਦਿਨ ਹੋ ਗਏ। ਕੀ ਕੁਝ ਕਾਰਵਾਈਆਂ ਹੋ ਰਹੀਆਂ ਜੇ ਨਸ਼ੇ ਕਰਕੇ ਪਿੰਡ ਦੇ ਵਿੱਚ ਚੋਰੀਆਂ ਵੀ ਹੋ ਰਹੀਆਂ ਸੀ, ਕੋਈ ਲੁੱਟਾਂ ਖੋਹਾਂ ਵੀ ਹੋ ਰਹੀਆਂ ਸੀ? ਸਭ ਹੋ ਰਿਹਾ ਜੀ। ਗੈਸ ਸਿਲੰਡਰ ਵੀ ਚੱਕੇ ਗਏ ਆ, ਸਾਡੇ ਬੈਂਡ ਮੋਟਰਾਂ ਚੱਕੇ ਗਏ ਆ, ਜੋ ਸਾਡੀਆਂ ਕੇਬਲਾਂ ਪਾਈਆਂ 5-5 4-4 ਹਜ਼ਾਰ ਦੀਆਂ ਮੋਟਰਾਂ ਨੂੰ, ਉਹ ਇੱਧਰ ਦੇ ਟੋਟੇ ਕੱਟੇ ਗਏ ਆ। ਜ਼ਿਮੀਦਾਰ ਨੂੰ ਫੇਰ ਉਹ ਟੋਟਾ ਉਹਨਾਂ ਨੇ ਵੇਚਤਾ ਹੋਊਗਾ 500-700 ਰੁਪਈਆਂ ਦਾ, ਤੇ ਉਹਦਾ ਨਿਸ਼ਾਨ 4000 ਦਾ ਹੋ ਗਿਆ। ਇਹ ਚਿੱਟੇ ਵਾਲੇ ਕਰਦੇ ਜਾਂ ਕਰਦੇ ਹਾਂ ਜੀ। ਅਜਿਹੇ ਕੰਮ ਵੀ ਹੋ ਰਹੇ ਸੀ ਪਿੰਡ ਇਹ ਬਹੁਤ ਹੋ ਰਿਹਾ ਜੀ। ਹਾਂ ਜੀ, ਆਹ ਖੜਾ ਮੁੰਡਾ, ਇਹਨਾਂ ਦੇ ਸਾਰੇ ਬੈਂਡ ਬੂਡ ਲਾ ਕਿੱਧਰੋਂ ਆਉਂਦੇ ਆ ਜੀ? ਕੀ ਜਿਹੜਾ ਆ ਜੀ ਖੰਜਰਾਲ ਤੋਂ ਰਾਹ ਵਾ, ਇਹ ਮੰਡਿਆਣੀ ਨੂੰ ਆਉਂਦਾ, ਮੁੱਲਾਪੁਰ ਤੋਂ ਆਉਂਦਾ ਜੀ ਮੰਡਿਆਣੀ ਨੂੰ, ਤਲਵੰਡੀ ਤੋਂ ਆਉਂਦਾ ਮੰਡਿਆਣੀ ਨੂੰ। ਇਹ ਰਾਹ ਬਹੁਤ ਚੱਲਦਾ ਜੀ। ਇਹ ਸਾਡੀ ਮੋਟਰਾਂ ਤੇ ਭਈਏ ਨਹੀਂ ਰਾਤ ਨੂੰ ਸਾਡੇ ਰਹਿੰਦੇ ਹੈਗੇ। ਕੀ ਗੱਲ? ਉਹ ਡਰਦੇ ਨਹੀਂ ਰਹਿੰਦੇ ਹੈਗੇ। ਇਹ ਟੀਕੇ ਲਾਉਂਦੇ ਆ, ਇਹ ਪੈਂਦੇ ਆ ਉਹਨਾਂ ਨੂੰ, ਸਰੇਆਮ ਟੀਕਾ ਲਾਉਂਦੇ ਆ ਜੀ। ਅੱਛਾ ਹਾਂ ਜੀ, ਮੋਟਰਸਾਈਕਲ ਜੇ ਤੁਸੀਂ ਆ ਕੇ ਦਿਨੇ ਦੇਖੋ ਨਾ, ਮੋਟਰਸਾਈਕਲ ਇੱਕ ਤੇ ਇੱਕ 4-4 ਬਹਿ ਕੇ ਆਉਂਦੇ ਆ ਜੀ। ਅੱਛਾ ਜੀ। ਹੱਥਾਂ ਨੂੰ ਗੱਲ ਨਹੀਂ ਹੁੰਦੇ, ਕਿੰਨੇ ਮੋਟਰਸਾਈਕਲ ਆਉਂਦੇ ਆ। ਹਾਂ ਜੀ, ਤੁਹਾਡੀ ਜ਼ਮੀਨ ਇਸ ਪਾਸੇ ਆ? ਹਾਂ ਜੀ, ਆ ਖੰਜਰਾਲ ਦੇ ਰਾਹ ਤੇ ਹਾਂ ਜੀ। ਤੇ ਲੁੱਟਾਂ ਖੋਹਾਂ ਵਰਗੀਆਂ ਵਾਰਦਾਤਾਂ ਵੀ ਹੋਈਆਂ ਹੈ? ਬਹੁਤ ਜ਼ਿਆਦਾ ਹੁੰਦੀਆਂ ਜੀ। ਕਿਸੇ ਤੋਂ ਮੋਬਾਈਲ ਖੋਹ ਲਿਆ, ਕਿਸੇ ਤੋਂ ਪੈਸੇ ਕੱਢ ਲਏ। ਇੱਧਰ ਸ਼ੈਲਰ ਲੱਗੇ ਹੋਏ ਆ, ਸ਼ੈਲਰ ਨੂੰ ਜਾਂਦੇ ਆ ਬੰਦੇ। ਹੁਣ ਜਿਹੜੀ ਕਾਰਵਾਈ ਹੋਈ ਆ ਇਹ ਤੋਂ ਕੀ ਉਮੀਦ ਆ ਤੁਹਾਨੂੰ? ਇਹ ਉਮੀਦ ਹੈਗੀ ਸਾਡੀ ਸਰਪੰਚਣੀ ਬਹੁਤ ਵਧੀਆ ਜੀ, ਸਾਨੂੰ ਪੂਰੀ ਉਮੀਦ ਆ। ਬਾਕੀ ਜੀ ਸਾਡੇ ਪਿੰਡ ਨੇ ਬਹੁਤ ਸਹਿਯੋਗ ਦਿੱਤਾ, ਇਹ ਪੂਰਾ ਕਰੂਗੀ। ਹਾਂ ਜੀ। ਸੋ ਬਾਈ ਜੀ, ਤੁਸੀਂ ਤਾਂ ਨੌਜਵਾਨ ਹੋ, ਵਿਚਰਦੇ ਆ ਨੌਜਵਾਨ ਪਿੰਡਾਂ ਦੇ ਵਿੱਚ, ਕਿ ਜਿਹੜਾ ਨੌਜਵਾਨੀ ਪ੍ਰਭਾਵਿਤ ਕਿਉਂ ਹੁੰਦੀ? ਤੁਹਾਨੂੰ ਕਿਉਂ ਲੱਗਦਾ ਇਸ ਤਰ੍ਹਾਂ ਕਿ ਕਿਸ ਤਰ੍ਹਾਂ ਨੌਜਵਾਨ ਨਸ਼ੇ ਦੇ ਵਿੱਚ ਫਸ ਜਾਂਦੇ ਆ? ਆਖਰ ਬਹੁਤ ਸਾਰੇ ਲੋਕ ਇਦਾਂ ਵੀ ਤਾਂ ਕਹਿੰਦੇ ਕਿ ਨਸ਼ਾ ਕੋਈ ਕਿਸੇ ਦੇ ਮੂੰਹ 'ਚ ਯਾਰ ਥੋੜੇ ਪਾ ਦਿੰਦਾ, ਤਾਂ ਨਸ਼ਾ ਆਪ ਹੀ ਅਗਲਾ ਪੀਂਦਾ। ਜਿਹੜੇ ਪੀਂਦੇ ਜਿਹੜੇ ਚਾਹੁੰਦੇ ਨਸ਼ਾ ਪੀਣਾ ਉਹੀ ਖਰੀਦਦੇ ਆ। ਤਾਂ ਵੀਰ ਜੀ ਗੱਲ ਹੈਗੀ ਆ ਇਹ, ਜਿਹੜੇ ਕਹਿੰਦੇ ਕੋਈ ਕਿਸੇ ਦੇ ਮੂੰਹ 'ਚ ਨਹੀਂ ਪਾਉਂਦਾ, ਉਹ ਬੱਚੇ ਬੈਠੇ ਆ 10, ਸਾਰੇ ਸਮਝਦਾਰ ਨਹੀਂ ਹੁੰਦੇ। ਜਿਹੜੀ ਬਾਜ਼ਾਰ ਦੇ ਵਿੱਚ ਲੋਕਾਂ ਦੇ ਵਿੱਚ ਚੀਜ਼ ਆ ਗਈ, ਉਹਨੂੰ 10 'ਚੋਂ 2 ਜਾਣੇ ਤਾਂ ਚੱਕਦੇ ਹੀ ਆ। ਇਹ ਉਹੀ ਚੀਜ਼ ਆ ਜਦੋਂ ਸਾਡੇ ਇੱਥੇ ਪਿੰਡ ਤੱਕ ਪਹੁੰਚਦਾ। ਇਹ ਤਾਂ ਅਸੀਂ ਸ਼ਲਾਘਾ ਕਰਦੇ ਹਾਂ ਸਰਪੰਚ ਸਾਹਿਬ ਦੀ, ਵੀ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਅਜਿਹਾ ਕੁਝ ਨਹੀਂ ਸੀ ਹੋਇਆ। ਤੁਸੀਂ ਸਵਾਲ ਕੀਤਾ ਸੀ ਵੀ ਇਹਨੂੰ ਕਿਵੇਂ ਰੋਕਿਆ ਜਾ ਸਕਦਾ। ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਮਤਾ ਪਾਇਆ ਕਿ ਜਿਹੜਾ ਵੇਚੂਗਾ ਉਹਨੂੰ ਪਿੰਡ 'ਚ ਨਹੀਂ ਰਹਿਣ ਦੇਣਾ, ਮਤਾ ਪਾ ਕੇ ਬਾਹਰ ਜ਼ਮੀਨ ਜਾਇਦਾਦ ਜ਼ਬਤ। ਜਿਹੜਾ ਉਹਨੂੰ ਛਡਾਊਗਾ ਉਹਦੀ ਜ਼ਮੀਨ ਜਾਇਦਾਦ ਜ਼ਬਤ, ਉਹਨੂੰ ਪਿੰਡ 'ਚ ਨਹੀਂ ਰਹਿਣ ਦੇਣਾ। ਜੇ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਇਹੀ ਮਤੇ ਪੈਣ ਲੱਗੇ, ਤੁਹਾਨੂੰ ਪ੍ਰਸ਼ਾਸਨ ਨੂੰ ਜਾਂ ਕਿਸੇ ਹੋਰ ਨੂੰ ਮਿਹਨਤ ਕਰਨ ਦੀ ਲੋੜ ਨਹੀਂ, ਤੁਹਾਡੇ ਕੰਮ ਆਪਣੇ ਆਪ ਹੀ ਹੋ ਜਾਣੇ ਆ। ਸੋ ਕਾਨੂੰਨੀ ਅਧਿਕਾਰ ਤਾਂ ਜਿਹੜਾ ਹੁੰਦਾ, ਕਾਨੂੰਨੀ ਅਧਿਕਾਰ ਇਹ ਆ, ਸਭ ਤੋਂ ਪਹਿਲਾਂ ਤਾਂ ਇਹੀ ਬਣਦਾ ਵੀ ਜਿਹੜੇ ਪੁਲਿਸ ਆ ਉਹਨਾਂ ਨੂੰ ਇਤਲਾਹ ਦਿੱਤੀ ਜਾਵੇ ਵੀ ਸਾਡੇ ਪਿੰਡ ਦੇ ਪੰਚਾਇਤਾਂ ਹੀ ਦੇਣਗੀਆਂ, ਸਾਰੇ ਪਿੰਡਾਂ ਦੀਆਂ ਪੰਚਾਇਤਾਂ ਹੀ ਦੇਣਗੀਆਂ ਵੀ ਸਾਡੇ ਪਿੰਡ ਦੇ ਵਿੱਚ ਫਲਾਨਾ ਬੰਦਾ ਆਹ ਕੰਮ ਕਰਦਾ, ਤੁਸੀਂ ਉਹਨਾਂ ਤੇ ਕਾਰਵਾਈ ਕਰੋ। ਇਹ ਅਗਲੀ ਕਾਰਵਾਈ ਪੰਚਾਇਤ ਕਰੇ। ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਨਾ ਕਿ ਪੰਚਾਇਤਾਂ ਨੂੰ ਕਾਰਵਾਈ ਕਰਨੀ ਕਿਉਂ ਪੈ ਰਹੀ ਆ? ਕੀ ਇਹ ਕੰਮ ਪੰਚਾਇਤਾਂ ਦਾ ਸੀ? ਬਿਲਕੁਲ, ਚਾਹੇ ਨਹੀਂ ਸੀਗਾ, ਚਲੋ ਫਿਰ ਵੀ ਕਾਨੂੰਨ ਦੇ ਕੰਮ ਕਿਹਦਾ ਸੀ? ਕੰਮ ਤਾਂ ਚਲੋ ਪ੍ਰਸ਼ਾਸਨ ਦਾ ਹੈ ਹੀ, ਬਿਲਕੁਲ ਪ੍ਰਸ਼ਾਸਨ ਦਾ। ਕਈ ਵਾਰੀ ਉਹ ਵੀ ਆਪਦੇ ਕਾਨੂੰਨ ਦੇ ਅੰਦਰ ਹੁੰਦੇ, ਉਹਨਾਂ ਕੋਲ ਅਜਿਹਾ ਕੁਝ ਨਹੀਂ ਹੁੰਦਾ ਵੀ ਉਹ ਨਹੀਂ ਕਹਿ ਸਕਦੇ, ਸਮੇਂ ਤੇ ਨਹੀਂ ਮਿਲਦਾ, ਉਹ ਵੀ ਕੀ ਕਰਨ, ਕਿਹਨੂੰ ਫੜਨ? ਕਮੀ ਕਿੱਥੇ ਆ? ਕਮੀ ਕਿੱਥੇ ਆ ਕਿ ਇਹ ਠੱਲ ਨਹੀਂ ਪੈ ਰਹੀ? ਕਮੀ ਤਾਂ ਜੀ ਸਾਡੇ ਲੋਕਾਂ 'ਚ ਹੀ ਆ। ਜਦੋਂ ਇਕੱਠੇ ਹੋਣਗੇ ਉਦੋਂ ਆਪਣੇ ਆਪ ਹੀ ਬੰਦ ਹੋ ਜਾਣਾ। ਕਮੀ ਜੇ ਪ੍ਰਸ਼ਾਸਨ ਹੁਣ ਸਾਰਾ ਕੁਝ ਥੋੜੀ ਕਰੀ ਜਾਊਗਾ, ਕਿ ਹੋਰ ਵੀ ਬਥੇਰੇ ਕੰਮ ਹੁੰਦੇ ਆ ਜੀ। ਸਾਡੇ ਲੋਕਾਂ 'ਚ, ਪਿੰਡਾਂ ਦੇ ਲੋਕਾਂ 'ਚ ਕਮੀ ਆ, ਜਿਹੜੇ ਪਾਰਟੀਬਾਜ਼ੀਆਂ ਦੇ ਤੌਰ ਤੇ ਲੜਦੇ ਆ ਇੱਕ ਦੂਜੇ ਨਾਲ, ਪਰ ਇਸ ਵੱਲ ਕੋਈ ਧਿਆਨ ਨਹੀਂ। ਕਦੇ ਕਿਸੇ ਲੀਡਰ ਨੇ ਫਲਾਨਾ ਬਿਆਨ ਦਿੱਤਾ, ਸਾਰੀ ਉਹੀ ਚਰਚਾ ਮਿਲਦੀ ਆ। ਮੈਨੂੰ ਤਾਂ ਕਦੇ ਕੋਈ ਇਹੋ ਜਿਹਾ ਲੀਡਰ ਨਹੀਂ ਮਿਲਿਆ ਪਿੰਡ 'ਚ ਕਹੇ ਜਾ ਕੇ ਵੀ ਮੈਂ ਖੜਾ, ਮੈਂ ਇੱਥੇ ਨਸ਼ਾ ਬੈਕ ਕੇ ਦਿਖਾਵੇ। ਸੋ ਬਹੁਤ ਸਾਰੇ ਹੋਰ ਵੀ ਜਿਹੜੇ ਹੈਗੇ ਆ ਬਜ਼ੁਰਗ ਹੈਗੇ। ਬਾਬਾ ਜੀ, ਪੰਚਾਇਤ ਤਾਂ ਫਿਰ ਪੁਰਾਣੀਆਂ ਪੰਚਾਇਤਾਂ ਵੀ ਤਾਂ ਹੋ ਗਈਆਂ। ਉਹ ਕਹਿੰਦੇ ਕਿ ਸਰਪੰਚੀ ਸਾਹਿਬ ਨੇ ਦੱਸਿਆ ਕਿ ਨਸ਼ਾ ਤਾਂ ਬੜੇ ਸਾਲਾਂ ਤੋਂ ਵਿਕਦਾ ਆ ਰਿਹਾ, ਤੇ ਫਿਰ ਕਿਉਂ ਨਹੀਂ ਕਦਮ ਚੁੱਕਿਆ ਗਿਆ? ਉਹ ਤਾਂ ਪਹਿਲੀਆਂ ਪੰਚਾਇਤਾਂ ਦੱਸ ਸਕਦੀਆਂ, ਪਰ ਨਸ਼ਾ ਤਾਂ 25 ਜਾਂ 30 ਸਾਲ ਤੋਂ ਸਾਡੇ ਪਿੰਡ। ਉਦੋਂ ਡੋਡੇ ਹੁੰਦੇ ਸੀ, ਚਿੱਟਾ ਤਾਂ ਹੁਣ ਚੱਲਿਆ ਨਾ, ਉਦੋਂ ਡੋਡੇ ਹੁੰਦੇ ਸੀ। ਬਾਬਾ ਜੀ, ਡੋਡਿਆਂ ਨੂੰ ਵੀ ਕਿਹਾ ਜਾਂਦਾ ਵੀ ਇਹ ਤਾਂ ਬਹੁਤ ਬੰਦੇ ਹਮਾਇਤ ਕਰਦੇ ਇਸ ਚੀਜ਼ ਦੀ, ਡੋਡਿਆਂ ਦੀ, ਅਫੀਮ ਦੀ, ਕਿ ਇਹ ਤਾਂ ਬਹੁਤ ਜਿਹੜੇ ਹੈਗੇ ਆ ਸਾਊ ਨਸ਼ਾ ਹੈ, ਵੀ ਇਹ ਕਿਹੜਾ ਬੰਦੇ ਨੂੰ ਕੋਈ ਮਤਲਬ ਨਾ ਉਜਾੜਦਾ ਨਾ ਕੁਝ ਕਰਦਾ। ਤਾਂ ਤੁਸੀਂ ਹੁਣ ਇਹ ਪਹਿਲਾਂ ਵੀ ਗੱਲ ਹੋਈ ਆ ਕਿ ਪਹਿਲਾਂ ਡੋਡੇ ਸੀ, ਆ ਚਿੱਟਾ ਹੋ ਗਿਆ। ਲੱਗਦਾ ਕਿ ਸ਼ੁਰੂਆਤ ਇੱਥੋਂ ਹੀ ਹੁੰਦੀ? ਜਦੋਂ ਉਦੋਂ ਡੋਡਿਆਂ ਨੂੰ ਬਹੁਤ ਬੁਰਾ ਮੰਨਿਆ ਜਾਂਦਾ ਸੀ। ਹੁਣ ਨਸ਼ੇ ਇੰਨੇ ਭਿਆਨਕ ਆ ਗਏ, ਹੁਣ ਲੋਕ ਕਹਿਣ ਲੱਗੇ ਡੋਡਿਆਂ ਦੀ ਖੇਤੀ ਹੋਵੇ, ਵੀ ਡੋਡੇ ਹੀ ਖਾ ਲਓ ਭਾਈ, ਚਿੱਟਾ ਨਾ ਖਾ ਕੇ ਮਰੋ। ਇਹ ਹੋ ਗਿਆ ਵੀ ਹਾਲਾਤ ਇੰਨੇ ਮਾੜੇ ਹੋ ਗਏ, ਉਹ ਉਦੋਂ ਦੀਆਂ ਮਾੜੀਆਂ ਚੀਜ਼ਾਂ ਨੂੰ ਹੁਣ ਚੰਗਾ ਹੀ ਕਹਿਣ ਲੱਗੇ ਵੀ ਚੱਲ ਉੱਥੇ ਹੀ ਖੜ ਜਾਓ। ਪਰ ਡੋਡਿਆਂ ਨਾਲ ਬੰਦਾ ਮਰਦਾ ਨਹੀਂ ਸੀਗਾ ਜੀ, ਇਹਦੇ ਨਾਲ ਮਰਦਾ। ਜਦੋਂ ਬੰਦੇ ਮਰਨ ਲੱਗੇ, ਸਾਡੇ ਪਬਲਿਕ ਨੇ ਮੰਗ ਉਠਾ ਲਈ ਬਈ ਡੋਡੇ ਇਦੋਂ ਤਾਂ ਚੰਗੇ ਸੀਗੇ।
ਕਿਉਂਕਿ ਡੋਡੇ ਵਾਲੇ ਬੰਦੇ ਸਾਡੇ ਪਿੰਡ ਬਹੁਤ ਚਿਰ ਦੇ ਲੋਕ ਖਾਂਦੇ ਪੀਂਦੇ ਆ, ਜਿਉਂਦੇ ਬੈਠੇ ਆ। ਤੇ ਇਹੀ ਬੰਦੇ ਜਿਹੜੇ ਚਿੱਟਾ ਵੇਚਦੇ ਇਹੀ ਡੋਡੇ ਵੇਚਦੇ ਸੀ। ਪਰ ਇਹਨਾਂ ਦੇ ਹੌਸਲੇ ਵੀ ਤਾਂ ਹੀ ਖੁੱਲੇ ਨਾ, ਜੇ ਇਹਨਾਂ ਦੇ ਪਹਿਲਾਂ ਡੋਡੇ ਵੇਚਣ ਕਰਕੇ ਚੱਲਦਾ ਸੀ ਕੰਮ, ਉਹ ਕਰਦੇ ਕਰਦੇ ਚਿੱਟਾ ਆ ਗਿਆ, ਕੱਲ ਹੋਰ ਜੇ ਅੱਜ ਨਾ ਤੁਸੀਂ ਰੋਕਦੇ ਤਾਂ ਕੱਲ ਹੋਰ ਕੋਈ ਭੈੜੀ ਅਲਾਮਤ ਹੋਰ ਆ ਜਾਣੀ ਸੀ। ਹੌਸਲੇ ਤਾਂ ਕਿਤੇ ਡੋਡਿਆਂ ਨਹੀਂ ਖੋਲੇ ਆ ਨਾ। ਬਿਲਕੁਲ ਜੀ, ਤੁਹਾਡੀ ਗੱਲ ਦਰੁਸਤ ਆ। ਪਰ ਜੇ ਚਿੱਟੇ ਨਾਲ ਬੰਦੇ ਨਾ ਮਰਦੇ ਤਾਂ ਸ਼ਾਇਦ ਚਿੱਟੇ ਖਿਲਾਫ ਨਾ ਪੰਜਾਬੀ ਆਵਾਜ਼ ਉਠਾਉਂਦੇ। ਇਹਦੇ ਨਾਲ ਮੌਤਾਂ ਹੋਈਆਂ ਕਰਕੇ ਆਵਾਜ਼ ਉੱਠੀ ਆ। ਜੇ ਚਿੱਟੇ ਨਾਲ ਨਾ ਮਰਦੇ ਲੋਕ ਤਾਂ ਲੋਕਾਂ ਨੇ ਨਹੀਂ ਆਵਾਜ਼ ਉਠਾਉਣੀ ਸੀ। ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਰਟੀਬਾਜ਼ੀਆਂ, ਸਰਪੰਚ ਸਾਹਿਬ ਨੇ ਵੀ ਕਿਹਾ ਵੀ ਮੈਂ ਚੋਣਾਂ ਲੜ ਕੇ ਜਿੱਤੀਆਂ, ਇਹਦਾ ਮਤਲਬ ਪਾਰਟੀਬਾਜ਼ੀ ਤੁਹਾਡੇ ਪਿੰਡ ਵਿੱਚ ਵੀ ਸੀ। ਜੇ ਲੋਕ ਇਕੱਠੇ ਹੋਏ ਆ ਤਾਂ ਹੀ ਇਹ ਸਾਰਾ ਕੁਝ ਹੋ ਸਕਿਆ, ਪਰ ਲੋਕ ਤਾਂ ਇਕੱਠੇ ਹੋਣਾ ਹੀ ਨਹੀਂ ਚਾਹੁੰਦੇ ਅੱਜ ਦੇ ਟਾਈਮ ਦੇ ਵਿੱਚ। ਲੋਕਾਂ ਦੇ ਵਿੱਚ ਵੀ ਤਾਂ ਕਿਤੇ ਨਾ ਕਿਤੇ, ਜੇ ਤੁਹਾਡਾ ਪਿੰਡ ਤਾਂ ਚਲੋ ਇਕੱਠਾ ਹੋ ਗਿਆ, ਸ਼ਾਬਾਸ਼ੀ ਹੈ। ਲੱਗਦਾ ਕਿ ਪੰਜਾਬ ਦੇ ਵਿੱਚ ਲੋਕ ਕਰ ਸਕਣਗੇ, ਕਿਉਂਕਿ ਲੋਕ ਤਾਂ ਆਪਸ ਵਿੱਚ ਲੜ ਕੇ ਹੀ ਖੁਸ਼ ਆ। ਨਹੀਂ, ਸਾਡਾ ਬਹੁਤ ਸੁਲਝਿਆ ਪਿੰਡ ਆ। ਇਹਨਾਂ ਨੇ ਜੋ ਫੈਸਲਾ ਕੱਲ ਲਿਆ ਬਹੁਤ ਵਧੀਆ ਇਤਿਹਾਸਕ ਫੈਸਲਾ। ਮੈਨੂੰ ਨਹੀਂ ਲੱਗਦਾ ਵੀ ਇਸ ਲੋਟ, ਚਲੋ ਸਾਰੇ ਨਹੀਂ, 20-30% ਲੋਕ ਇਸ ਲੋਟ ਇਕੱਠੇ ਹੋ ਸਕਦੇ ਆ, ਅਦਰਵਾਈਜ਼ ਨਹੀਂ ਹੋਣਗੇ। ਪਾਰਟੀਬਾਜੀ ਰਹੂਗੀ, ਪਰ ਸਾਡੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੰਮ ਜੋ ਹੋਇਆ ਬਹੁਤ ਵਧੀਆ। ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ ਪਿੰਡਾਂ ਨੂੰ ਇਕੱਠਾ ਕਰਨਾ? ਕੋਈ ਤੁਹਾਨੂੰ ਲੱਗਦਾ, ਤੁਸੀਂ ਤਾਂ ਹੁਣ ਹੋਏ ਹੋ ਇਕੱਠੇ, ਕਿ ਆਪਣਾ ਹਉਮੈ ਹੰਕਾਰ ਜਿਹੜਾ ਹੈਗਾ, ਆਪਣੀ ਅਹੁਦਿਆਂ ਦੀ ਜਿਹੜੀ ਹੈਗੀ ਉਹ ਲਾਲਸਾ ਹੈਗੀ, ਇਹਨੂੰ ਛੱਡ ਕੇ ਕਿਸ ਤਰ੍ਹਾਂ ਇਕੱਠੇ ਹੋ ਸਕਦੇ ਪਿੰਡ? ਇਕੱਠੇ ਜੀ ਨੌਜਵਾਨ ਆਉਣ। ਜੇ ਤੁਸੀਂ ਕਹੋ ਬਈ ਜਿਹੜੇ ਮੇਰੀ ਉਮਰ ਦੇ ਬੰਦੇ ਆ, ਸਾਡੀਆਂ ਤਾਂ ਹੀਂਜਰਾਂ ਹੀ ਇੰਨੀਆਂ ਬਈ ਫਲਾਣੇ ਨੇ ਆਪਣੇ ਤੋਂ ਦੀ ਜ਼ਮੀਨ ਦੀ ਬੋਲੀ ਦਿੱਤੀ ਸੀ, ਫਲਾਣੇ ਨੇ ਵੱਟ ਵਾਹੀ ਸੀ, ਜੇ ਇਹਦੇ ਨੰਬਰ ਬਣਦੇ ਤਾਂ ਆਪਾਂ ਘਟਾਉਣੇ ਆ। ਜਿਹੜੇ ਨੌਜਵਾਨ ਪੀੜ੍ਹੀ, ਸਾਡੇ ਪਿੰਡ ਵੀ ਨੌਜਵਾਨ ਪੀੜ੍ਹੀ ਉੱਠੀ ਆ, ਜਿਨ੍ਹਾਂ ਦੇ ਹਜੇ ਮਸਲੇ ਵਧੇ ਹੀ ਨਹੀਂ। ਹਾਂਜੀ, ਇਹਨਾਂ ਦਾ ਹੁਣ ਅਸੀਂ ਆਪਦੇ, ਇੰਨਾ ਕਿ ਸਾਡਾ ਤਾਂ ਪਿੰਡ ਇੰਨਾ ਸਿਆਣਾ, ਜੇ ਮੇਰੀ ਕਿਸੇ ਨੂੰ ਉਨੀ ਕੀ ਹੈਗੀ ਵੀ ਮੈਂ ਆਪਦੇ ਜਵਾਕਾਂ ਨੂੰ ਕਦੇ ਨਹੀਂ ਦੱਸਿਆ। ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਸਾਰਾ ਪਿੰਡ ਮਿੱਤਰਾਂ ਦਾ, ਵੀ ਅਸੀਂ ਮਕਾ ਜੀ ਆ ਆਪਣੀ, ਤੁਸੀਂ ਨਸ਼ੇ ਹੜਿਓ। ਜੇ ਹੁਣ ਇੱਥੇ ਹੀ ਸੋਚ ਲਓ, ਜੇ ਮੇਰੇ ਵਰਗੇ ਬੰਦੇ ਹੋਰ ਵੀ ਪਿੰਡ 'ਚ ਹੋਣਗੇ ਪੁਰਾਣੇ ਪੋਲੀਟੀਕਲ, ਜੇ ਤੁਸੀਂ ਉਹਨੂੰ ਮੂਹਰੇ ਲੈ ਗਏ ਤਾਂ ਸ਼ਾਇਦ ਆਹ ਮੁਹਿੰਮ ਨਾ ਚੱਲਦੀ। ਅਸੀਂ 2 ਦਿਨ ਤੋਂ ਪਿੱਛੇ ਬੈਠੇ ਆ, ਨੌਜਵਾਨ ਕੰਮ ਕਰ ਰਹੇ ਆ, ਪੰਚਾਇਤ ਕੰਮ ਕਰ ਰਹੀ ਆ। ਜੇ ਕਿਤੇ ਮੇਰੇ ਵਰਗਿਆਂ ਕੋਲੇ ਬਾਗਡੋਰ ਹੁੰਦੀ ਤਾਂ ਸ਼ਾਇਦ ਹੁਣ ਨੂੰ ਸਾਡਾ ਵੀ ਕੰਮ ਖਿੰਡ ਜਾਂਦਾ। ਕੜਮ ਚੌਧਰੀ ਅੱਗੇ ਆ ਜਾਣੇ ਸੀ। ਬਿਲਕੁਲ ਜੀ, ਸਾਡੇ ਨਾਲ ਮੈਂ ਇੱਥੇ ਖੜ ਜਾਣਾ। ਮੁੰਡਿਆਂ ਨੇ ਕੱਲ ਇਕੱਠ ਕਰਿਆ, 500 ਬੰਦਾ ਸੀ, ਜੇ ਮੈਂ ਇਕੱਠ ਕਰਦਾ 100 ਬੰਦਾ ਹੋਣਾ ਸੀ। ਅਗਲਾ ਕਹਿੰਦਾ ਇਹ ਤਾਂ ਯਾਰ ਪੋਲੀਟੀਕਲ ਸਟੰਟ ਆ, ਕਿਉਂਕਿ ਸਾਡੇ ਤੇ ਨਾ ਇੱਕ ਟੈਗ ਲੱਗ ਗਿਆ ਪੋਲੀਟਿਕਸ ਦਾ। ਅਸੀਂ ਹੈਗੇ ਵੀ ਆ। ਮੈਂ ਪਰਸੋਂ ਰਾਤ ਨੂੰ ਮੁੰਡੇ ਸਾਡੇ ਕੋਲੇ ਬੈਠੇ ਸੀ, ਮੇਰੇ ਘਰ ਮੀਟਿੰਗ ਹੋਈ ਸੀ। ਮੈਂ ਕਿਹਾ ਵੀ ਤੁਸੀਂ ਸਾਨੂੰ ਪਿੱਛੇ, ਇਹ ਕਹਿੰਦੇ ਅੰਕਲ ਤੁਸੀਂ ਨਾਲ ਤੁਰੋ। ਮੁੰਡਾ ਸਾਡੇ ਸਿਆਣਾ ਬੋਬੀ ਸਿੱਧੂ, ਉਹ ਚੰਗਾ ਬਾਹਰ ਅੰਦਰ ਵੀ ਉਹਦਾ ਅਸਰ ਸੂਖ ਆ, ਉਹ ਮੁੰਡੇ ਲੈ ਕੇ ਗਿਆ, ਕਹਿੰਦਾ ਬਈ ਤੁਸੀਂ ਇਕੱਠੇ ਹੋਵੋ ਚਾਚਾ। ਮੈਂ ਕਿਹਾ ਸਾਡੇ ਨਾ ਇੱਕ ਮਨਾਂ ਦੇ ਵਿੱਚ ਪੁਰਾਣੀ ਸਿਆਸਤ ਬੜੀ ਹੋਈ ਹੈ, ਸਾਤੋਂ ਨਹੀਂ ਨਿਕਲਣੀ। ਜੇ ਤੁਸੀਂ ਕਾਮਯਾਬ ਹੋਣਾ ਤਾਂ ਮੈਨੂੰ ਤੇ ਮੇਰੇ ਵਰਗੇ ਹੋਰ ਬੰਦਿਆਂ ਨੂੰ ਪਰੇ ਕਰੋ, ਫਿਰ ਤੁਸੀਂ ਕਾਮਯਾਬ ਹੋ ਜਾਓਗੇ। ਉਹੀ ਹੋਇਆ, ਨੌਜਵਾਨਾਂ ਦੀ ਵੀੜਾ ਚੱਕਿਆ। ਮੇਰੇ ਵਰਗੇ ਹੋਰ ਜਿੰਨੇ ਪੁਰਾਣੇ ਬੰਦੇ ਆ, ਜਿਨ੍ਹਾਂ ਦੀਆਂ ਖੁੰਦਕਾਂ ਆਪਸ ਵਿੱਚ ਹੈਗੀਆਂ ਜੀ, ਸਾਡੀਆਂ ਧੜੇਬੰਦੀ ਹੈਗੀ, ਕੋਈ ਗੱਲ ਨਹੀਂ, ਉਹ ਅਸੀਂ ਰੱਖਾਂਗੇ। ਜਿੱਦਣ ਧੜੇਬੰਦੀ ਆਊਗੀ ਉਵੇਂ ਚੱਲੂਗੀ, ਜਿੱਦਣ ਇਲੈਕਸ਼ਨ ਆ ਗਈ ਉਹ ਚੱਲੂਗੀ। ਕੋਸ਼ਿਸ਼ ਕਰਾਂਗੇ ਬਈ ਇਹ ਮੁੰਡਿਆਂ ਤੇ ਜੇ ਸੰਮਤੀ ਹੋ ਜੇ ਤਾਂ ਸ਼ਾਇਦ ਸਾਡੀ ਧੜੇਬੰਦੀ ਇਲੈਕਸ਼ਨ 'ਚ ਵੀ ਖਤਮ ਹੋ ਜੇ। ਅਗਲੀ ਵਾਰੀ ਉਮੀਦ ਕਰਦੇ ਹੋ ਫਿਰ? ਹਾਂਜੀ, ਜੇ ਮੁੰਡੇ ਐਂ ਲੱਗੇ ਰਹੇ ਤਾਂ ਹੋ ਸਕਦਾ ਵੀ ਅਸੀਂ ਸਾਰਿਆਂ ਮੁਹੱਲਿਆਂ ਦੇ ਵਿੱਚੋਂ ਇੱਕ ਮੁੰਡਾ ਚੁਣ ਕੇ ਪੰਚਾਇਤ ਹੀ ਇਹਨਾਂ ਦੀ ਬਣਾ ਦੀ, ਨੌਜਵਾਨਾਂ ਦੀ ਪੰਚਾਇਤ। ਹਾਂਜੀ, ਜੇ ਮੇਰੇ ਵਰਗੇ ਬੰਦੇ ਜਾਂ ਮੇਰੇ ਹਾਣ ਦੇ ਹੋਰ ਬੰਦੇ ਆਉਣਗੇ ਤਾਂ ਉਹ ਠੀਕ ਨਹੀਂ ਰਹਿਣਾ ਕੰਮ, ਫਿਰ ਸਾਡਾ ਏਕਾ ਨਹੀਂ ਹੋਣਾ। ਮੁੰਡਿਆਂ ਦੇ ਕਰਕੇ ਹੋਇਆ ਜੀ। ਮੈਂ ਤਾਂ 110% ਮੁੰਡਿਆਂ ਨੂੰ ਕ੍ਰੈਡਿਟ ਦਿੰਦਾ, ਤੇ ਪੰਚਾਇਤ ਨੇ ਸੋਹਣਾ ਐਫਰਟ ਕਰਿਆ। ਬਿਲਕੁਲ, ਹਾਂਜੀ, ਇਹ ਸਾਡੇ ਠੀਕ ਹੈ। ਸੋ ਨੌਜਵਾਨ ਹੋਰ ਬਾਈ ਹੈਗੇ ਨੇ। ਬਾਈ ਜੀ, ਕਿੱਦਾਂ ਦੇਖਦੇ ਹੋ ਜਿਹੜਾ ਇਹ ਐਕਸ਼ਨ ਹੁੰਦਾ ਤੁਹਾਡੇ ਪਿੰਡ ਵਿੱਚ, ਸਾਰਾ ਪਿੰਡ ਇਕੱਠਾ ਹੋ ਕੇ ਲੰਦਾ? ਬਹੁਤ ਵਧੀਆ ਹੋਇਆ ਜੀ, ਵਧੀਆ, ਸਾਰੇ ਨੌਜਵਾਨ ਨੇ ਉਪਰਾਲਾ ਕੀਤਾ, ਬਹੁਤ ਵਧੀਆ ਹੋਇਆ ਜੀ। ਜਿਹੜੇ ਪਿੰਡ ਵਿੱਚੋਂ ਜਿਹੜੀ ਗੱਲ ਕਹੀ ਜਾਂਦੀ ਹੈ ਕਿ ਅਸੀਂ ਮਤਾ ਪਾ ਕੇ ਪਿੰਡ ਦੇ ਵਿੱਚੋਂ ਇੱਕ ਪਰਿਵਾਰ ਨੂੰ ਅਲੱਗ ਕਰ ਦਾਂਗੇ ਜਿਹੜਾ ਅਜਿਹਾ ਕੋਈ ਕੰਮ ਕਰੂਗਾ, ਕਾਨੂੰਨਨ ਤੌਰ ਤੇ ਤਾਂ ਅਗਲਾ ਇਹ ਵੀ ਕਹੂਗਾ ਕਿ ਸਾਨੂੰ ਤੁਸੀਂ ਕਿੱਦਾਂ ਮਤਾ ਪਾ ਕੇ ਇਦਾਂ ਪਿੰਡ ਤੋਂ ਵੱਖ ਕਰ ਦੋਗੇ, ਸਾਡਾ ਤਾਂ ਅਧਿਕਾਰ ਆ ਕਿਤੇ ਵੀ ਰਹਿਣਾ। ਇਸ ਚੀਜ਼ ਬਾਰੇ ਜੀ ਜ਼ਿਆਦਾ ਨੌਲੇਜ ਨਹੀਂ ਗੀ, ਪਰ ਜੋ ਆ ਹੁਣ ਚੱਲ ਰਿਹਾ ਕੰਮ, ਜਿਵੇਂ ਸਾਰੇ ਲੋਕ ਇਕੱਠੇ ਹੋਏ ਆ, ਇਹ ਬਹੁਤ ਵਧੀਆ ਗੱਲ ਆ ਜੀ। ਜੇ ਕਿਸੇ ਦੀ ਜ਼ਿੰਦਗੀ ਬਚਦੀ ਆ ਤਾਂ ਬਹੁਤ ਵਧੀਆ ਚੀਜ਼ ਆ। ਚਲੋ, ਨੌਜਵਾਨ ਹੋ ਤੁਸੀਂ, ਇਹ ਸ਼ੁਰੂ ਕਿੱਥੋਂ ਹੁੰਦੀਆਂ ਅਲਾਮਤਾਂ? ਚਿੱਟੇ ਤੱਕ ਬੰਦਾ ਪਹੁੰਚਦਾ ਕਿੱਥੋਂ ਆ? ਸਟੈਪ ਬਾਏ ਸਟੈਪ ਤੁਸੀਂ ਵਿਚਰਦੇ ਹੋ ਨੌਜਵਾਨਾਂ ਦੇ ਵਿੱਚ, ਉਸੇ ਦੌਰ ਦੇ ਵਿੱਚੋਂ ਤੁਸੀਂ ਵੀ ਨਿਕਲੇ ਹੋ, ਤੁਹਾਡੇ ਆਸੇ-ਪਾਸੇ ਵੀ ਸਾਰਾ ਕੁਝ ਹੋਊਗਾ। ਕੀ ਲੱਗਦਾ ਤੁਹਾਨੂੰ, ਕਿੱਥੋਂ ਸ਼ੁਰੂ ਹੁੰਦਾ? ਪਹਿਲਾਂ ਜੀ ਲੋਕ ਛੋਟੇ ਨਸ਼ੇ ਕਰਦੇ ਆ, ਛੋਟੇ ਨਸ਼ਿਆਂ ਤੋਂ ਵੱਧਦੇ ਹੌਲੀ ਚਿੱਟੇ ਤੇ ਪਹੁੰਚ ਜਾਂਦੇ ਆ। ਬਾਕੀ ਜਿੱਦਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਤੋਂ ਬਿਨਾਂ ਹੁਣ ਜਦੋਂ ਕੋਈ ਜਿਵੇਂ ਡੋਡੇ ਹੋਣ, ਉਹ ਨਸ਼ੇ ਸੀਗੇ, ਉਹਨਾਂ ਦੇ ਨਾਲ ਕੋਈ ਮਰਦਾ ਨਹੀਂ ਸੀ ਪਹਿਲਾਂ, ਉਹ ਚੱਲ ਰਹੇ ਸੀਗੇ। ਹੁਣ ਇਹ ਚੱਲ ਰਿਹਾ, ਇਹ ਕੈਮੀਕਲ ਨਸ਼ਾ ਵਾ, ਇਹਦੇ ਨਾਲ ਆਪਾਂ ਆਮ ਦੇਖਦੇ ਹਾਂ ਅਕਸਰ ਸਰਿੰਜਾਂ ਵਿੱਚ ਹੁੰਦੀਆਂ ਨੇ, ਉਵੇਂ ਮਰ ਜਾਂਦੇ ਆ ਨੌਜਵਾਨ। ਜੇ ਜਮਾ ਹੀ ਜ਼ੀਰੋ ਕਰਨਾ ਹੋਵੇ ਇਸ ਚੀਜ਼ ਨੂੰ ਤਾਂ ਕੀ ਸੁਨੇਹਾ ਦੇਣਾ ਚਾਹੋਗੇ ਨੌਜਵਾਨੀ ਨੂੰ? ਮੈਂ ਤਾਂ ਕਹਿੰਦਾ ਜੀ ਨਸ਼ਾ ਨਹੀਂ ਕਰਨਾ ਚਾਹੀਦਾ। ਇਹ ਬਹੁਤ ਸਰੀਰ ਨੂੰ ਨੁਕਸਾਨ ਆ ਇਹਦਾ। ਸਿਰਫ ਚਿੱਟਾ ਜਾਂ ਕੋਈ ਵੀ?
ਮੇਰੇ ਹਿਸਾਬ ਦੇ ਵਿੱਚ ਤਾਂ ਜੀ ਕੋਈ ਵੀ ਨਹੀਂ ਕਰਨਾ ਚਾਹੀਦਾ। ਬਾਕੀ ਚਿੱਟਾ ਤਾਂ ਆਪਾਂ ਨੂੰ ਪਤਾ ਹੀ ਹੈ, ਜਾਨਲੇਵਾ ਨਸ਼ਾ। ਸੋ ਸਰਪੰਚ ਜੀ ਸਾਹਿਬਾਂ ਨੂੰ ਫਿਰ ਇੱਕ ਆਖਰੀ ਸਵਾਲ ਨਾਲ ਕਰਦਾ ਕਿ ਤੁਸੀਂ ਫਿਰ ਇਹ ਜਿਹੜੀ ਪਿੰਡ ਤੋਂ ਵੱਖ ਕਰਨ ਦੀ ਗੱਲ ਕੀਤੀ ਸੀ ਕਿ ਨਖੇੜੇ ਦੇਵਾਂਗੇ ਉਸ ਬੰਦੇ ਨੂੰ, ਅਸੀਂ ਮਤਾ ਪਾ ਦਿਆਂਗੇ, ਫਿਰ ਉਹਨਾਂ ਦਾ ਵੀ ਤਾਂ ਕਾਨੂੰਨੀ ਹੱਕ ਆ, ਉਹ ਵੀ ਕਹਿਣਗੇ ਵੀ ਸਾਡਾ ਤਾਂ ਜਿੱਥੇ ਮਰਜ਼ੀ ਭਾਰਤ ਦਾ ਸੰਵਿਧਾਨ ਸਾਨੂੰ ਇਹ ਹੱਕ ਦਿੰਦਾ ਕਿ ਅਸੀਂ ਜਿੱਥੇ ਮਰਜ਼ੀ ਰਹੀਏ, ਤੁਸੀਂ ਕੌਣ ਹੁੰਦੇ ਹੋ ਸਾਨੂੰ ਵੱਖ ਕਰਨ ਵਾਲੇ? ਅਜਿਹੇ ਸਵਾਲ ਨਹੀਂ ਖੜੇ ਹੋਏ? ਦੇਖੋ ਜੀ, ਭਾਰਤ ਦਾ ਸੰਵਿਧਾਨ ਕਹਿੰਦਾ ਤੁਸੀਂ ਜਿੱਥੇ ਮਰਜ਼ੀ ਰਹੋ, ਪਰ ਭਾਰਤ ਦਾ ਸੰਵਿਧਾਨ ਇਹ ਕਹਿੰਦਾਗਾ ਵੀ ਤੁਸੀਂ ਜਿਹੜੇ ਪਿੰਡ ਦੇ ਵਸਨੀਕ ਹੋ ਤੁਸੀਂ ਉਸ ਪਿੰਡ ਦੀ ਜਵਾਨੀ ਹੋਈ ਖਾ ਜਾਓ। ਇਹ ਵੀ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ, ਇਹ ਸੰਵਿਧਾਨ ਦੇ ਵਿੱਚ ਨਹੀਂ ਨਾ ਲਿਖਿਆ ਹੋਇਆ। ਦੇਖੋ, ਜੇ ਹੁਣ ਅਸੀਂ ਐਡਾ ਵੱਡਾ ਕੌੜਾ ਘੁੱਟ ਭਰਿਆਗਾ, ਠੀਕ ਆ, ਇਹ ਵੀ ਅਸੀਂ ਆਪਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਹੀ ਕੀਤਾਗਾ। ਇਹ ਕਿੱਥੇ ਸੰਵਿਧਾਨ ਦੇ ਵਿੱਚ ਲਿਖਿਆਗਾ ਵੀ ਤੁਸੀਂ ਜਾ ਕੇ ਨਸ਼ਾ ਵੇਚੋ ਤੇ ਉਹਨੂੰ ਉਹ ਸੰਵਿਧਾਨ ਦੇ ਵਿੱਚੋਂ ਕੁਝ ਇਹ ਸੰਵਿਧਾਨ ਦੇ ਵਿੱਚ ਹੈਗਾਗਾ। ਜਦੋਂ ਤੁਸੀਂ ਸਾਰੀ ਕਾਰਵਾਈ ਕਰਦੇ ਹੋ ਫਿਰ ਉਹ ਨਿਭ ਜਾਂਦੇ ਆ ਜਾਂ ਅੱਗਿਓਂ? ਕਿਉਂਕਿ ਜਦੋਂ ਚੋਰ ਹੁੰਦਾ ਤਾਂ ਆਪਾਂ ਇਹ ਵੀ ਕਹਿੰਦੇ ਵੀ ਨਾਲੇ ਚੋਰ ਨਾਲੇ ਚਤਰ, ਅੱਗਿਓਂ ਅਗਲਾ ਆਕੜਦਾ ਹੈ। ਕੀ ਜਦੋਂ ਤੁਸੀਂ ਇਹ ਜਾਣਦੇ ਹੋ ਤਾਂ ਫਿਰ ਅਗਲੇ ਨਿਭ ਕੇ ਕਰਦੇ ਵੀ ਸਾਥੋਂ ਗਲਤੀ ਹੋ ਗਈ, ਜਾਂ ਫਿਰ ਉਸੇ ਤਰ੍ਹਾਂ ਦਾ ਉਹਨਾਂ ਦਾ ਰਹਿੰਦਾ? ਨਾ 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 ਸਰ, ਉਹ ਨਿਭ ਕੇ ਨਹੀਂ ਕੁਛ ਕਰਦੇ, ਨਾ ਉਹ ਕੋਈ ਸੌਰੀ ਫੀਲ ਕਰਨਾ ਅੱਗੋਂ ਕੁਛ। ਅੱਜ ਉਹਨਾਂ ਦੀ ਕੁੜੀਆਂ ਨੇ ਵੀਡੀਓ ਵਾਇਰਲ ਕੀਤੀਆਂ ਨੇ ਵੀ ਸਾਨੂੰ ਸਰਪੰਚਣੀ ਮੁੰਡਿਆਂ ਨੂੰ ਨਾਲ ਲੈ ਕੇ ਆਈ ਤੇ ਸਾਡੇ ਨਾਲ ਗਲਤ ਹਰਕਤਾਂ ਮੁੰਡਿਆਂ ਦੀ ਕਰਾਈਆਂ। ਉਹਨਾਂ ਨੇ ਆਪਣੇ ਕੱਪੜੇ ਪਾੜੇ ਅੱਜ ਤੱਕ ਇੰਸਟਾਗ੍ਰਾਮ ਤੇ ਉਹਨਾਂ ਨੇ ਆਪਣੀਆਂ ਵੀਡੀਓ ਵਾਇਰਲ ਕੀਤੀਆਂ ਨੇ ਕੁੜੀਆਂ ਨੇ। ਤੇ ਇੱਥੋਂ ਤੱਕ ਕਿ ਪੁਲਿਸ ਸਾਡੇ ਪ੍ਰਸ਼ਾਸਨ ਸਾਡੇ ਨਾਲ ਸੀ ਤੇ ਮੁੰਡਿਆਂ ਨੇ ਇਦਾਂ ਦੀ ਕੋਈ ਹਰਕਤ ਕੀਤੀ ਹੋਈ ਨਹੀਂ ਹੈਗੀ। ਠੀਕ ਆ, ਉੱਪਰ ਦੀ ਕਹਿੰਦੇ ਸਾਡੇ ਜੇ ਕਰਤਾ ਉਹ ਕਰਤਾ, ਤੇ ਉਹ ਮੈਂ ਕਹਿੰਦੀ ਆ ਉਹਨਾਂ ਨੇ ਆਪਣੀ ਵੀਡੀਓ ਵਾਇਰਲ ਕਰੇ, ਘੱਟੋ ਘੱਟ ਉਹ ਚੀਜ਼ ਸਾਡੀ ਕੱਲ ਦੀ ਚੀਜ਼ ਨੂੰ ਤੇ ਉਹਨੂੰ ਟੈਗ ਕਰਕੇ ਜੋੜ ਕੇ ਤਾਂ ਦੇਖੋ ਵੀ ਕਿੱਥੇ ਲਿਖਿਆ ਗਿਆ। ਦੇਖੋ ਜੀ, ਪੰਚਾਇਤ ਬਣਾਈ ਜਾਂਦੀ ਹੈਗੀ, ਉਹਦੇ ਵਿੱਚ ਜਿੰਨੇ ਵੀ 9 ਮੇਰੇ ਪੰਚਾਇਤ ਮੈਂਬਰ ਨੇ, ਕੋਈ ਵੀ ਮਤਾ ਪੈਂਦਾ ਉਹਨੂੰ ਸੁਪਰੀਮ ਕੋਰਟ ਵੀ ਲੱਦ ਨਹੀਂ ਸਕਦੀ। ਠੀਕ ਆ, ਜੇ ਅਸੀਂ ਐਡਾ ਕੰਮ ਕੀਤਾ, ਘੱਟੋ ਘੱਟ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਕੀਤਾਗਾ। ਕਿਸੇ ਨੂੰ ਗਲਤ, ਹੁਣ ਜੋ ਪਿੰਡ ਦੇ ਵਿੱਚ ਨਾਰਮਲ ਪਰਿਵਾਰ ਨੇ, ਅਸੀਂ ਸਾਰੇ ਪਰਿਵਾਰਾਂ ਨੂੰ ਨਹੀਂ ਕੱਢ ਸਕਦੇ। ਪੰਚਾਇਤਾਂ ਦੇ ਕੋਲ ਕੀ ਅਧਿਕਾਰ ਹੈ? ਤੁਸੀਂ ਹੋਰ ਵੀ ਬਹੁਤ ਸਾਰੀਆਂ ਪੰਚਾਇਤਾਂ ਹੈ, ਕਈ ਵਾਰੀ ਕਿਉਂਕਿ ਸਰਪੰਚ ਇਲੈਕਟਡ ਹੁੰਦੇ ਆ, ਬਹੁਤ ਸਾਰੇ ਥਾਵਾਂ ਤੇ ਅਜਿਹੇ ਹੁੰਦੇ ਪੜ੍ਹੇ ਲਿਖੇ ਨਹੀਂ ਹੁੰਦੇ। ਕੋਈ ਅਧਿਕਾਰ ਜਿਹੜੇ ਤੁਹਾਨੂੰ ਪਤਾ ਹੋਵੇ ਪੰਚਾਇਤਾਂ ਕੋਲ ਕਿੰਨੇ ਅਧਿਕਾਰ ਆ, ਪੰਚਾਇਤਾਂ ਕੀ ਕੁਝ ਕਰ ਸਕਦੀਆਂ? ਦੇਖੋ ਜੀ, ਕਈ ਸਰਪੰਚ ਇਦਾਂ ਦੇ, ਮੈਂ ਵੀ ਹੋ ਸਕਦੀ ਹਾਂ ਉਹਨਾਂ ਦੇ ਵਿੱਚੋਂ, ਮੈਨੂੰ ਵੀ ਨਹੀਂ ਪਤਾ ਹੋ ਸਕਦਾ ਵੀ ਮੇਰੀ ਇੱਕ ਕਹਿੰਦੇ ਹੁੰਦੇ ਆ ਡੀਸੀ ਜਿੰਨੀ ਪਾਵਰ ਆ। ਠੀਕ ਆ, ਮੈਂ ਕੋਈ ਵੀ ਮਤਾ ਪਾ ਕੇ ਕੋਈ ਵੀ ਚੀਜ਼ ਪਿੰਡ ਦੇ ਵਿੱਚ ਲਾਗੂ ਕਰ ਸਕਦੀ ਆ, ਮੈਨੂੰ ਇੰਨਾ ਅਧਿਕਾਰ ਆਗਾ। ਠੀਕ ਆ, ਪਰ ਉਹ ਅਧਿਕਾਰ ਨੂੰ ਲਾਗੂ ਕਰਨਾ ਜਾਂ ਉਸ ਮਤੇ ਨੂੰ ਪਾਉਣਾ ਸੋਚ ਸਮਝ ਕੇ ਪਾਉਣਾ। ਜੇ ਮੈਨੂੰ ਮੇਰੇ ਪਿੰਡ ਦੇ ਨੌਜਵਾਨ ਵੀਰਾਂ ਨੇ ਇਹ ਗੱਲ ਕਹੀ ਆ ਵੀ ਸਾਡੇ ਪਿੰਡ ਚੋਂ ਕੋਡ ਕੱਢੋ ਤੇ ਸਾਨੂੰ ਇਹ ਮਤਾ ਪਾ ਕੇ ਦਿਓ, ਮੈਂ ਆਪਣੇ ਪਿੰਡ ਦਿਆਂ ਨੂੰ ਸੈਟੀਸਫਾਈ ਕਰਨਾ, ਨਾ ਕਿ ਮੈਂ ਉਹਨਾਂ ਚਿੱਟਾ ਵੇਚਣ ਵਾਲਿਆਂ ਨੂੰ ਸੈਟੀਸਫਾਈ ਕਰਨਾਗਾ। ਮੈਜੋਰਟੀ ਜਿਹੜੀ ਤੁਹਾਡੀ ਜਿਹਨਾਂ ਨੇ ਤੁਹਾਨੂੰ ਜਿਤਾਇਆ ਹੈ ਜਾਂ ਜਿਨ੍ਹਾਂ ਦੇ ਹੱਕਾਂ ਦੇ ਲਈ ਤੁਸੀਂ ਬਣੇ? ਹਾਂਜੀ ਹਾਂਜੀ, ਮੈਂ ਪਿੰਡ ਦੇ ਜੋ ਮੇਰੇ ਪਿੰਡ ਦੇ ਨੌਜਵਾਨ ਪੀੜ੍ਹੀ ਮੈਨੂੰ ਕਹੂਗੀ, ਜੋ ਮੇਰੇ ਪਤਵੰਤੇ ਸੱਜਣ ਨੇ, ਜੋ ਮੇਰੀ ਪਾਰਟੀ ਲੈਵਲ ਆਗਾ, ਪਿੰਡ ਲੈਵਲ ਆ, ਜੋ ਮੈਨੂੰ ਕਹੂਗੀ ਜੀ, ਮੈਂ ਉਹ ਰਾਈਟ ਮੰਨ ਕੇ, ਉਹ ਮੈਨੂੰ ਇੱਕ ਪ੍ਰਮਾਤਮਾ ਦਾ, ਇੱਕ ਰੱਬ ਦਾ ਫਰਮਾਨ ਬਣ ਕੇ ਮੈਂ ਉਹਨੂੰ ਲਾਗੂ ਕਰੂੰਗੀ। ਸੋ ਹੋਰ ਆਖਰੀ ਸੁਨੇਹਾ ਤੁਸੀਂ ਕੀ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਦੇਖ ਰਹੇ ਆ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਕੰਮ ਕਰਨਾ ਚਾਹੀਦਾ ਹੈ ਕਿ ਨਸ਼ਾ ਜਿਹੜਾ ਹੈਗਾ ਸਮਾਜ ਦੇ ਵਿੱਚੋਂ ਬਿਲਕੁਲ ਉੱਕਾ ਹੀ ਖਤਮ ਹੋ ਜਾਵੇ? ਦੇਖੋ ਜੀ, ਮੈਂ ਇੱਕ ਪ੍ਰਸ਼ਾਸਨ ਨੂੰ, ਇੱਕ ਪੰਜਾਬ ਵਾਸੀਆਂ ਨੂੰ, ਇੱਕ ਪੰਜਾਬ ਦੇ ਸਰਪੰਚਾਂ ਨੂੰ, ਲੇਡੀ ਸਰਪੰਚ ਨੇ, ਜੈਡਸਨ ਸਰਪੰਚ ਨੇ, ਮੈਂ ਸਾਰਿਆਂ ਨੂੰ ਇੱਕੋ ਹੀ ਮੈਸੇਜ ਦੇਣਾ ਚਾਹੂੰ, ਭਰਾਵੋ ਵੀ ਭੈਣੋ, ਜਿੱਦਾਂ ਮੈਂ ਆਪਣੇ ਪਿੰਡ ਲਈ ਖੜੀ ਆ, ਤੁਸੀਂ ਆਪਣੇ ਪਿੰਡ ਲਈ ਖੜੇ ਹੋਵੋ। ਠੀਕ ਆ, ਆਪਣੀਆਂ ਵੀਡੀਓ ਬਣਾਵੋ, ਫੇਸਬੁੱਕ ਤੇ ਪਾਵੋ, ਦੱਸੋ ਵੀ ਆਹ ਪਿੰਡ ਦੇ ਵਿੱਚ, ਸਾਡੇ ਪਿੰਡ ਦੇ ਵਿੱਚ ਇੰਨੇ ਪਰਿਵਾਰ ਨੇ, ਇੰਨੇ ਚਿੱਟਾ ਵੇਚਦੇ ਆ। ਆਪਣੇ ਪਿੰਡ ਦੇ ਜੋ ਵੀ ਤੁਹਾਡੇ ਥਾਣਾ ਲੱਗਦਾ, ਐਸਐਸਪੀ ਲੱਗਦਾ, ਉਹਨਾਂ ਤੱਕ ਆਪਣੀ ਲੈਟਰ ਪੈਡਾਂ ਤੇ ਮਤਾ ਪਾਵੋ, ਲੈਟਰ ਪੈਡਾਂ ਆਪਣੀਆਂ ਥਾਣਿਆਂ 'ਚ ਜਮ੍ਹਾਂ ਕਰਾਵੋ। ਘੱਟੋ ਘੱਟ ਇਹ ਕੋਡ ਨੂੰ ਮੈਂ ਇਹ ਮੁਹਿੰਮ ਚਾਲੂ ਕਰੇ, ਘੱਟੋ ਘੱਟ ਮੇਰੇ ਪਿੱਛੇ ਇੱਕ ਲਾਈਨ ਬਣਾ ਕੇ ਤੁਸੀਂ ਇਹ ਚੀਜ਼ ਨੂੰ ਆਪਾਂ ਪਿੰਡਾਂ 'ਚੋਂ ਖਤਮ ਕਰ ਸਕਦੇ ਹਾਂ। ਮੇਰੀ ਇਹੀ ਮੈਸੇਜ ਸਾਰੇ ਸਰਪੰਚਾਂ ਨੂੰ, ਜੈਂਟਸ ਆ, ਲੇਡੀਜ਼, ਇਹੀ ਮੈਂ ਬੇਨਤੀ ਕਰਦੀ ਹਾਂ ਵੀ ਪਲੀਜ਼ ਹੁਣ ਜਾਗ ਜਾਓ, ਹੁਣ ਨਾ ਪਿੱਛੇ ਹਟਿਓ। ਸਰਕਾਰ ਨੂੰ ਵੀ ਜਗਾਵੋ, ਪ੍ਰਸ਼ਾਸਨ ਨੂੰ ਵੀ ਜਗਾਵੋ। ਸਰਕਾਰ ਵੀ ਕਹਿ ਰਹੀ ਕਿ ਅਸੀਂ ਵਧੀਆ ਕੰਮ ਕਰ ਰਹੇ ਹਾਂ, ਅਸੀਂ ਜਿਹੜੇ ਵੱਡੀਆਂ ਮੁਹਿੰਮਾਂ ਚਲਾਈਆਂ। ਸਰਕਾਰ ਦੀ ਕਾਰਵਾਈ ਨੂੰ ਕਿੱਦਾਂ ਦੇਖਦੇ ਹੋ ਜਿਹੜੀ ਹੁਣ ਤੱਕ ਦੀ ਰਹੀ? ਦੇਖੋ ਜੀ, ਹਜੇ ਤੱਕ ਤਾਂ ਮੈਂ ਸਰਕਾਰ ਨੂੰ ਨਾ ਤਾਂ ਨੈਗੇਟਿਵ ਲੈ ਰਹੀ ਹਾਂ ਨਾ ਪੋਜ਼ਿਟਿਵ ਲੈ ਰਹੀ ਹਾਂ। ਕਿਉਂਕਿ ਹਜੇ ਤਾਂ ਸਰਕਾਰ ਆਪੇ ਹੀ ਸੈੱਟ ਨਹੀਂ ਹੋ ਰਹੀ। ਮੈਂ ਅੱਜ ਸਰਕਾਰ ਨੂੰ ਉਹ ਕਰਾਂ, ਪਰ ਵੀ ਉਹ ਸੋਚਦੇ ਧਾਰਨੀ ਹੋ ਜਿਹੜੇ ਕਹਿੰਦੇ ਆ ਕਿ ਅਜੇ ਯਾਰ 3 ਮਹੀਨੇ ਤਾਂ ਹੋਏ ਆ, ਥੋੜਾ ਸਮਾਂ ਤਾਂ ਦਿਓ, ਥੋੜਾ ਸਮਾਂ ਦੇਵੋ, ਹਨਾ। ਪਰ ਜੇ ਅਸੀਂ ਇੰਨਾ ਕਿਉਂਕਿ ਸਾਡੀ ਤਾਂ 4.5 ਸਾਲ ਦੀ ਸਰਪੰਚੀ ਹੋਊਗੀ, ਚਲੋ ਠੀਕ ਆ, ਲਾਸਟ ਤੇ ਆ ਕੇ ਅਸੀਂ ਐਡਾ ਸਟੈਪ ਚੱਕਿਆ। ਘੱਟੋ ਘੱਟ ਸਾਡੇ ਕੋਲ 1.5 ਸਾਲ ਰਹਿੰਦਾ, 1.5 ਸਾਲ ਦੇ ਵਿੱਚ ਅਸੀਂ ਸਰਕਾਰ ਨਾਲ ਮਿਲ ਕੇ ਐਡਾ ਵੱਡਾ ਕਦਮ ਚੱਕ ਜੀਏ ਕਿ ਅਸੀਂ ਪੰਜਾਬ ਦੇ ਵਿੱਚੋਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਈਏ।
ਸੋ ਬਿਲਕੁਲ ਇੱਕ ਵੱਡਾ ਜਿਹੜਾ ਕਦਮ ਲਿਆ ਗਿਆ ਸੀ ਉਹ ਮੰਡਿਆਣੀ ਪਿੰਡ ਦੀ ਪੰਚਾਇਤ ਵੱਲੋਂ ਲਿਆ ਗਿਆ ਸੀ ਕਿ ਆਪਣੇ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਨਾ ਹੈ। ਸੋ ਸਾਰਾ ਪਿੰਡ ਇਕੱਠਾ ਹੁੰਦਾ, ਇੱਕ ਐਕਸ਼ਨ ਲਿਆ ਜਾਂਦਾ ਹੈ। ਜਿਹੜੇ ਨਸ਼ਾ ਤਸਕਰ ਪਿੰਡ ਦੇ ਵਿੱਚ ਹੁੰਦੇ ਆ ਉਹਨਾਂ ਦੇ ਘਰ ਵਿੱਚ ਛਾਪੇਮਾਰੀ ਕੀਤੀ ਜਾਂਦੀ ਹੈ। ਸੋ ਹਰ ਇੱਕ ਪਿੰਡ ਦੇ ਜਿਹੜੇ ਲੋਕ ਹੈਗੇ ਆ, ਪੰਜਾਬ ਦੇ ਵਸਨੀਕ ਆ, ਉਹਨਾਂ ਨੂੰ ਇਸ ਪਿੰਡ ਤੋਂ ਕਿਤੇ ਨਾ ਕਿਤੇ ਸਿੱਖਿਆ ਲੈਣ ਦੀ ਲੋੜ ਆ ਕਿ ਜੇਕਰ ਤੁਸੀਂ ਕੁਝ ਠਾਣ ਲਓ ਤਾਂ ਇਸ ਅਲਾਮਤ ਨੂੰ, ਇਸ ਨਸ਼ੇ ਵਰਗੀ ਭੈੜੀ ਬਿਮਾਰੀ ਨੂੰ ਘਰ ਘਰ ਦੇ ਵਿੱਚੋਂ ਦੂਰ ਕੀਤਾ ਜਾ ਸਕਦਾ। ਸੋ ਸਰਕਾਰਾਂ ਨੂੰ ਹਾਲਾਂਕਿ ਉਸੇ ਤਰ੍ਹਾਂ ਕਹਿੰਦੇ ਨਜ਼ਰ ਆਏ ਆ ਕਿ ਅਜੇ ਸਮਾਂ ਨਹੀਂ ਹੋਇਆ, ਪਰ ਜੇਕਰ ਅਸੀਂ ਸਰਕਾਰ ਦੇ ਸੈੱਟ ਹੋਣ ਦੀ ਉਡੀਕ ਕਰਦੇ ਰਹੇ ਕਿ ਕਦੋਂ ਸਰਕਾਰ ਆਪਣੇ ਐਕਸ਼ਨ ਮੋਡ ਦੇ ਵਿੱਚ ਆਉਂਦੀ ਆ, ਕਦੋਂ ਸਰਕਾਰ ਦੇ ਪੈਰ ਜੰਮਦੇ ਆ, ਤਾਂ ਉਦੋਂ ਤੱਕ ਵੀ ਅਜੇ ਪਿੱਛੇ ਤਕਰੀਬਨ 9-10 ਮਹੀਨੇ ਫਿਰ ਰਹਿ ਜਾਣਗੇ। ਜੇ ਅਸੀਂ ਕਹੀਏ ਵੀ 1 ਸਾਲ ਸਰਕਾਰ ਨੂੰ ਦੇ ਦਈਏ ਤਾਂ ਵੀ ਤਕਰੀਬਨ 9-10 ਮਹੀਨੇ ਪਿੱਛੇ ਰਹਿ ਜਾਣਗੇ। 9-10 ਮਹੀਨੇ ਜੇ ਚਿੱਟਾ ਕਿਸੇ ਦੇ ਘਰ ਵਿੱਚ ਵੜ ਜੇ ਤਾਂ 9-10 ਮਹੀਨੇ ਨਹੀਂ ਲਾਉਂਦਾ ਪਰਿਵਾਰਾਂ ਨੂੰ ਖਤਮ ਕਰਨ ਨੂੰ। ਸੋ ਅੱਜ ਹੀ ਤੁਹਾਨੂੰ ਸਾਰਿਆਂ ਨੂੰ ਉੱਠ ਕੇ ਇਸ ਪਿੰਡ ਦੀ ਤਰ੍ਹਾਂ ਹਿੰਮਤ ਕਰਨੀ ਪਊਗੀ ਤਾਂ ਕਿ ਇਸ ਬਿਮਾਰੀ ਨੂੰ, ਇਸ ਭੈੜੀ ਅਲਾਮਤ ਨੂੰ ਆਪਣੇ ਘਰਾਂ ਦੇ ਵਿੱਚੋਂ ਤੇ ਆਪਣੇ ਸਮਾਜ ਦੇ ਵਿੱਚੋਂ ਅਸੀਂ ਦੂਰ ਕਰ ਸਕੀਏ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਪਿੰਡ ਮੰਡਿਆਣੀ।